ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਤੇ ਹੋਏਗੀ, ਹੁਣ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਪਿਕਚਰ ਕਲੀਅਰ ਹੋਣੀ ਚਾਹੀਦੀ ਹੈ ਕਿ ਵਾਕਈ ਹੀ ਐਸਜੀਪੀਸੀ ਦੇ ਪ੍ਰਧਾਨ ਨੂੰ ਇਲੈਕਸ਼ਨ ਤੋਂ ਦੂਰ ਰਹਿਣਾ ਚਾਹੀਦਾ ਹੈ ਕਿ ਉਹ ਬਤੌਰ ਕਿਸੇ ਪਾਰਟੀ ਦੇ ਨੁਮਾਇੰਦੇ ਜਾ ਕੇ ਵੋਟਾਂ ਨਾ ਮੰਗਣ। ਜੇਕਰ ਹਾਂ ਤਾਂ ਕਿਉਂ, ਜੇਕਰ ਨਹੀਂ ਤਾਂ ਫਿਰ ਕਿਉਂ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਇਤਰਾਜ਼ ਕਿਉਂ ਜਤਾ ਰਹੀ ਹੈ। ਦੋਵੇਂ ਪਹਿਲੂ ਨੇ। ਇੱਕ ਇਹ ਵੀ ਹੈ ਕਿ ਉਹ ਟਿਕਟ ਐਸਜੀਪੀਸੀ ਦੀ ਚੋਣ ਜਦੋਂ ਲੜੇ ਅਕਾਲੀ ਦਲ ਦੀ ਟਿਕਟ ਸੀ, ਦੂਜੇ ਪਾਸੇ ਗੱਲ ਇਹ ਕਿ ਸੰਵਿਧਾਨਿਕ ਬਾਡੀ ਹੈ ਔਰ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਕਿਸੇ ਇੱਕ ਪਾਰਟੀ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਉਹ ਨਹੀਂ ਕਰਦੇ, ਉਹ ਚਾਹੇ ਕੋਈ ਅਕਾਲੀ ਦਲ ਨਾਲ ਜੁੜਿਆ, ਕੋਈ ਕਾਂਗਰਸ ਨਾਲ, ਬੀਜੇਪੀ ਨਾਲ, ਕਿਸੇ ਨਾਲ ਵੀ ਜੁੜਿਆ, ਤਾਂ ਉਹਨਾਂ ਨੂੰ ਰਿਪਰੈਜ਼ੈਂਟ ਐਸਜੀਪੀਸੀ ਕਰਦੀ ਹੈ, ਪ੍ਰਧਾਨ ਜੀ ਕਰਦੇ ਨੇ। ਤਾਂ ਅੱਜ ਇਸੇ ਕਰਕੇ ਚਰਚਾ ਕਿ ਇਤਰਾਜ਼ ਕਿਉਂ ਹੈ ਤੇ ਕਿ ਵਾਕਈ ਇਤਰਾਜ਼ ਹੋਣਾ ਚਾਹੀਦਾ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਮਲਵਿੰਦਰ ਸਿੰਘ ਕੰਗ ਜੀ ਜੁੜ ਰਹੇ ਨੇ। ਕੰਗ ਸਾਹਿਬ ਬਹੁਤ ਬਹੁਤ ਸਵਾਗਤ ਹੈ। ਨਰਿੰਦਰ ਸੰਧੂ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸੰਧੂ ਸਾਹਿਬ ਸਵਾਗਤ ਹੈ। ਕਰਨੈਲ ਸਿੰਘ ਪੀਰ ਮੁਹੰਮਦ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਪੀਰ ਮੁਹੰਮਦ ਜੀ ਬਹੁਤ ਬਹੁਤ ਸਵਾਗਤ ਹੈ। ਦਿਆਲ ਸਿੰਘ ਸੋਢੀ ਜੀ ਸਾਡੇ ਨਾਲ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸੋਢੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ। ਸਭ ਤੋਂ ਪਹਿਲਾਂ ਮਲਵਿੰਦਰ ਕੰਗ ਜੀ, ਤੁਹਾਡਾ ਪਹਿਲਾ ਰਿਐਕਸ਼ਨ। ਸਵਾਲ ਸਿੱਧਾ ਇਹੀ ਕਿ ਇਤਰਾਜ਼ ਕਿਉਂ, ਕਿ ਜੇ ਐਸਜੀਪੀਸੀ ਦੇ ਪ੍ਰਧਾਨ ਜਾ ਕੇ ਜਲੰਧਰ ਦੇ ਵਿੱਚ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ ਅਕਾਲੀ ਦਲ ਦੇ ਉਮੀਦਵਾਰ ਦੇ ਲਈ, ਇਤਰਾਜ਼ ਕਿਉਂ? ਮੈਂ ਐਡ ਕਰ ਦਵਾਂ ਕਿਉਂਕਿ ਅਕਾਲੀ ਦਲ ਦੇ ਨੁਮਾਇੰਦਿਆਂ ਦੀ ਬਿਆਨ ਜਿਹੜੇ ਨੇ ਉਹ ਤੁਸੀਂ ਸੁਣੇ ਹੋਏਗੀ, ਜੋ ਉਹਨਾਂ ਦੀ ਸਟੇਟਮੈਂਟ ਆਈ ਸੀ। ਉਹ ਕਹਿ ਰਹੇ ਨੇ ਕਿ ਉਹ ਤਾਂ ਅਕਾਲੀ ਦਲ ਦੀ ਟਿਕਟ ਤੇ ਲੜੇ ਸੀ, ਤੇ ਦੂਜਾ ਮੀਰੀ ਪੀਰੀ ਦੇ ਸਿਧਾਂਤ ਦਾ ਵੀ ਜ਼ਿਕਰ ਕੀਤਾ ਜਾ ਰਿਹਾ। ਕੰਗ ਜੀ, ਦੋ ਗੱਲਾਂ ਹੈ ਗੌਰਵ ਜੀ ਇਹਦੇ 'ਚ, ਜਿਹੜੀਆਂ ਮੁੱਖ ਮੰਤਰੀ ਜੀ ਨੇ ਆਪਣੇ ਜਿਹੜਾ ਟਵੀਟ ਕੀਤਾ ਹੈ ਉਹਦੇ ਚੋਂ ਜਿਹੜੀਆਂ ਪ੍ਰਭਾਸ਼ਿਤ ਹੁੰਦੀਆਂ। ਇੱਕ ਤੇ ਇਹ ਆ ਵੀ ਇੱਕ ਪਾਸੇ ਤੇ ਐਸਜੀਪੀਸੀ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੋਣ ਦਾ ਦਾਅਵਾ ਕਰਦੀ ਹੈ, ਔਰ ਜਦੋਂ ਐਸਜੀਪੀਸੀ ਦੀ ਸਥਾਪਨਾ ਵੀ ਹੋਈ ਸੀ ਉਹਦੇ ਪਿੱਛੇ ਮਕਸਦ ਵੀ ਬਿਲਕੁਲ ਇਹੀ ਸੀ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਪੂਰੇ ਸਿੱਖ ਜਗਤ ਦੀ, ਸਿੱਖ ਜਮਾਤ ਦੀ ਜਿਹੜੀ ਹੈ ਨੁਮਾਇੰਦਾ ਜਥੇਬੰਦੀ ਆ, ਗੁਰਦੁਆਰਿਆਂ ਦੇ ਪ੍ਰਬੰਧ ਤੋਂ ਲੈ ਕੇ ਪ੍ਰਚਾਰ ਪ੍ਰਸਾਰ ਗੁਰਬਾਣੀ ਦਾ ਕਰਨਾ। ਲੇਕਿਨ ਅਗਰ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਕਿਸੇ ਇੱਕ ਪੋਲੀਟੀਕਲ ਜਮਾਤ ਦੇ, ਖਾਸ ਕਰ ਇੱਥੇ ਜਿਹੜਾ ਇੱਕ ਪੁਆਇੰਟ ਨੋਟ ਕਰਨ ਵਾਲਾ ਹੈ, ਵੈਸੇ ਤੇ ਉਹ ਕਿਸੇ ਵੀ ਪੋਲੀਟੀਕਲ ਜਮਾਤ ਨੂੰ ਨਹੀਂ ਮੈਨੂੰ ਲੱਗਦਾ ਉਹਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ, ਲੇਕਿਨ ਖਾਸ ਕਰ ਜਿਹੜੀ ਆਲਰੇਡੀ ਇੱਕ ਪੋਲੀਟੀਕਲ ਜਮਾਤ ਅਕਾਲੀ ਦਲ ਜਿਹਦੇ ਤੇ ਕਈ ਤਰ੍ਹਾਂ ਦੇ ਐਲੀਗੇਸ਼ਨ, ਦੋਸ਼ ਲੱਗ ਰਹੇ ਆ, ਚਾਹੇ ਉਹ ਗੁਰੂ ਸਾਹਿਬ ਦੀਆਂ ਹੀ ਬੇਅਦਬੀਆਂ ਨੂੰ ਲੈ ਕੇ ਜਾਂ ਉਹਨਾਂ ਨੂੰ ਬਚਾਉਣ ਵਾਲਿਆਂ ਨੂੰ ਲੈ ਕੇ, ਜਾਂ ਗੋਲੀ ਕਾਂਡ ਨੂੰ ਜਿਹੜਾ ਬੇਅਦਬੀ ਨੂੰ ਲੈ ਕੇ ਇਨਸਾਫ ਮੰਗ ਰਹੇ ਸੀ, ਸਿੱਖ ਸੰਗਤਾਂ ਦੇ ਗੋਲੀਆਂ ਚਲਾਉਣ ਨੂੰ ਲੈ ਕੇ। ਸੋ ਮੈਨੂੰ ਲੱਗਦਾ ਹੈ ਵੀ ਐਥੀਕਲੀ ਵੀ ਇਹ ਗੱਲ ਠੀਕ ਨਹੀਂ ਹੈ, ਮੋਰਲੀ ਵੀ ਠੀਕ ਨਹੀਂ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਕਿਸੇ ਰਾਜਨੀਤਿਕ ਪੋਲੀਟੀਕਲ ਪਾਰਟੀ ਦਾ ਪ੍ਰਚਾਰ, ਇਲੈਕਸ਼ਨ ਕੰਪੇਨ ਕਰਨ ਜਾਂ ਪੋਲੀਟੀਕਲ ਕੰਪੇਨ 'ਚ ਹਿੱਸਾ ਲੈਣ। ਇਹ ਸ਼ੋਭਾ ਨਹੀਂ ਦਿੰਦਾ। ਜਾਂ ਫਿਰ ਇਹ ਕਹਿ ਦੇਣ ਕਿ ਅਸੀਂ ਤੇ ਸਿਰਫ ਜਿਹੜੇ ਅਕਾਲੀ ਦਲ ਨਾਲ ਜੁੜੇ ਸਿੱਖ ਹੈ ਉਹਨਾਂ ਦੀ ਨੁਮਾਇੰਦਗੀ ਕਰਦੇ ਆ, ਬਾਕੀਆਂ ਦੇ ਨਹੀਂ ਕਰਦੇ। ਸੋ ਮੈਨੂੰ ਲੱਗਦਾ ਹੈ ਵੀ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਜਿਹੜੇ ਹਾਈ ਮੋਰਲ ਗਰਾਊਂਡ ਹੈ ਉਹਨਾਂ ਨੂੰ ਧਿਆਨ 'ਚ ਰੱਖ ਕੇ ਪੋਲੀਟੀਕਲ ਕੰਪੇਨ 'ਚ ਨਹੀਂ ਸ਼ਾਮਲ ਹੋਣਾ ਚਾਹੀਦਾ। ਠੀਕ ਹੈ। ਮੈਂ ਇੱਕ ਛੋਟਾ ਜਿਹਾ ਸਵਾਲ ਹੋਰ ਪੁੱਛ ਲਵਾਂ, ਉਸ ਤੋਂ ਬਾਅਦ ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਦਾ। ਕੰਗ ਜੀ, ਤੁਸੀਂ ਜ਼ਿਕਰ ਕੀਤਾ ਬੇਅਦਬੀ ਤੇ ਗੋਲੀ ਕਾਂਡ ਦਾ। ਜੇ ਘਟਨਾਵਾਂ ਤੁਹਾਨੂੰ ਲੱਗਦਾ ਇਹਨਾਂ ਘਟਨਾਵਾਂ ਦੀ ਵਜ੍ਹਾ ਦੇ ਨਾਲ ਪ੍ਰਚਾਰ ਨਹੀਂ ਕਰਨਾ ਚਾਹੀਦਾ, ਵੈਸੇ ਪ੍ਰਚਾਰ ਕਰ ਲੈਣ ਤਾਂ ਫਿਰ ਇੰਨੀ ਵੱਡੀ ਗੱਲ ਨਹੀਂ। ਨਹੀਂ, ਮੈਂ ਉਹਦੇ 'ਚ ਗੱਲ ਕਹੀ ਆ, ਮੈਂ ਇਹ ਨਹੀਂ ਕਿਹਾ, ਮੈਂ ਤੇ ਇਹ ਵੀ ਗੱਲ ਕਹੀ ਆ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ। ਸਿੱਖ ਤੇ ਸਾਰੀਆਂ ਜਥੇਬੰਦੀਆਂ 'ਚ ਇਸ ਟਾਈਮ ਨੁਮਾਇੰਦਗੀ ਕਰ ਰਿਹਾ, ਲੇਕਿਨ ਇਹ ਇੱਕ ਕਾਰਨ ਮੈਂ ਵਿੱਚ ਜੋੜਿਆ ਇਸ ਕਰਕੇ ਆ ਕਿ ਆਲਰੇਡੀ ਜਿਹੜੀ ਜਮਾਤ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਜਮਾਤ ਹਜੇ ਤੱਕ ਇਨਸਾਫ ਮੰਗ ਰਹੀ ਹੈ, ਔਰ ਗੋਲੀ ਕਾਂਡ ਦਾ ਵੀ ਤੇ ਬੇਅਦਬੀਆਂ ਵਾਲਾ ਵੀ ਕਨਕਲੂਡ ਨਹੀਂ ਹੋਇਆ ਜੇ। ਉਹਦੇ 'ਚ ਐਲੀਗੇਸ਼ਨ ਉਸ ਪੋਲੀਟੀਕਲ ਪਾਰਟੀ ਤੇ ਲੱਗਦੇ ਜਿਹਦਾ ਧੋਮੀ ਸਾਹਿਬ ਪ੍ਰਚਾਰ ਕਰ ਰਹੇ ਸੀ। ਸੋ ਇਹ ਮੈਂ ਇੱਕ ਐਡ ਕੀਤੀ ਹੈ ਗੱਲ, ਲੇਕਿਨ ਪ੍ਰਚਾਰ ਉਹਨਾਂ ਨੂੰ ਕਿਸੇ ਦਾ ਵੀ ਨਹੀਂ ਕਰਨਾ ਚਾਹੀਦਾ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਪੀਰ ਮੁਹੰਮਦ ਜੀ, ਤੁਹਾਡਾ ਰੁਖ ਕਰਾਂਗਾ। ਪ੍ਰਚਾਰ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਇੱਕ ਤਾਂ ਸੰਵਿਧਾਨਿਕ ਇਕਾਈ ਹੈ। ਪੁਆਇੰਟ ਨੰਬਰ 2 ਹੈ ਜੋ ਕੰਗ ਜੀ ਵੀ ਜ਼ਿਕਰ ਕਰ ਰਹੇ ਨੇ ਕਿ ਉਹ ਕਿਸੇ ਇੱਕ ਖਿੱਤੇ ਨੂੰ ਜਾਂ ਇੱਕ ਵਰਗ ਨੂੰ ਤਾਂ ਨਹੀਂ ਰਿਪਰੈਜ਼ੈਂਟ ਕਰ ਰਹੇ ਸਿੱਖਾਂ ਦੇ। ਉਹ ਚਾਹੇ ਅਕਾਲੀ ਦਲ ਨਾਲ ਜੁੜਿਆ, ਉਹ ਚਾਹੇ ਕਾਂਗਰਸ ਨਾਲ ਜੁੜਿਆ, ਬੀਜੇਪੀ ਨਾਲ ਜੁੜਿਆ, ਹਰ ਕਿਸੇ ਦੇ ਨਾਲ ਜੁੜਿਆ, ਤਾਂ ਉਹ ਤਾਂ ਸਭ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਤਾਂ ਫਿਰ ਇੱਕ ਦੇ ਲਈ ਪ੍ਰਚਾਰ ਕਿਵੇਂ ਹੋ ਸਕਦਾ? ਦੇਖੋ, ਸਭ ਤੋਂ ਪਹਿਲਾਂ ਗੌਰਵ ਜੀ ਗੱਲ ਸਮਝਣ ਵਾਲੀ ਹੈ ਕਿ ਇਹਨਾਂ ਦਾ ਪ੍ਰੋਪੋਗੰਡਾ ਬਿਲਕੁਲ ਗੁੰਮਰਾਹਕੁਨ ਹੈਗਾ। ਉਸ ਦੇ ਵਿੱਚ ਕੋਈ ਵੀ ਜਿਹੜਾ ਤੱਥ ਜਿਹੜਾ ਇਹ ਸਪਸ਼ਟ ਨਹੀਂ ਕਰ ਸਕੇ
ਤੁਸੀਂ ਦੇਖੋ 1920 ਦੇ ਵਿੱਚ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਂਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਜਿਹੜੇ ਸਨ ਉਹਨਾਂ ਨੇ ਸੰਘਰਸ਼ ਕੀਤਾ। ਬਾਬਾ ਖੜਕ ਸਿੰਘ ਵਰਗਿਆਂ ਨੇ, ਸੰਤ ਚੰਨਨ ਸਿੰਘ ਵਰਗਿਆਂ ਨੇ ਔਰ ਜਥੇਦਾਰ ਮੋਹਨ ਸਿੰਘ ਤੋੜ ਤੱਕ ਲਗਾਤਾਰ ਸੰਘਰਸ਼ ਚੱਲਦਾ ਰਿਹਾ। ਮੈਂ ਪਿਛਲੀ ਗੱਲ ਕਰਦਾ ਔਰ ਜਦੋਂ ਬਾਬਾ ਖੜਕ ਸਿੰਘ ਜੀ ਨੂੰ ਚਾਬੀਆਂ ਜਿਹੜੀਆਂ ਸੌਂਪੀਆਂ ਸੀ ਗੁਰਧਾਮਾਂ ਦੀਆਂ, ਉਹ ਅੰਗਰੇਜ਼ ਸਰਕਾਰ ਨੇ ਸੌਂਪੀਆਂ ਸੀ ਔਰ ਉਹ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੇ ਅੱਗੇ ਜਾ ਕੇ 1925 ਦਾ ਐਕਟ ਜਿਹੜਾ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ। ਜੇ ਸਾਡੇ ਮਨ ਵਿੱਚ ਇਹੋ ਜਿਹਾ ਕੋਈ ਲਾਲਚ ਹੁੰਦਾ ਤੇ ਇਹ ਸੰਸਥਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਧਰਮ ਤੇ ਰਾਜਨੀਤੀ ਕਰਦਾ ਹੀ ਆ ਰਿਹਾ ਸੀ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ। ਗੁਰਦੁਆਰੇ ਸਾਹਿਬਾਨਾਂ ਦੇ ਪ੍ਰਬੰਧ ਨੂੰ ਸੁਚਾਰੂ ਚਲਾਇਆ ਜਾਵੇ। ਧਰਮ ਦੇ ਵਿੱਚ ਜਿੱਥੇ ਜਿੱਥੇ ਰਾਜਨੀਤਿਕ ਦਖਲਅੰਦਾਜ਼ੀ ਹੁੰਦੀ ਹੈ ਉਹਦੇ ਉੱਤੇ ਗਹਿਰੀ ਅੱਖ ਰੱਖੀ ਜਾਵੇ। ਹੁਣ ਅਗਲੀ ਗੱਲ ਏ, ਆਮ ਆਦਮੀ ਪਾਰਟੀ ਦੱਸੇ ਕਿ ਜਿਹੜੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੇ ਸਰਦਾਰ ਇੰਦਰਬੀਰ ਸਿੰਘ ਨਿੱਜਰ, ਜਿਹੜੇ ਕੈਬਨਿਟ ਮੰਤਰੀ ਪੰਜਾਬ ਨੇ, ਉਹ ਜਿਹੜਾ ਪ੍ਰਚਾਰ ਕਰ ਰਹੇ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਉਹ ਜਿਹੜਾ ਚੀਫ ਖਾਲਸਾ ਦੀਵਾਨ ਹੈ ਉਹ ਵੀ ਇੱਕ ਪ੍ਰਬੰਧਕ ਸੰਸਥਾਵਾਂ ਨੂੰ, ਵਿਦਿਅਕ ਸੰਸਥਾਵਾਂ ਨੂੰ ਚਲਾਉਣ ਵਾਲੀ ਸੰਸਥਾ ਹੈ ਔਰ ਉਹਨਾਂ ਦੇ ਪ੍ਰਧਾਨ ਜਿਹੜੇ ਆ ਉਹਨਾਂ ਦੀ ਇਹਨਾਂ ਨੇ ਕਰਤਾਰਪੁਰ ਹਲਕੇ ਦੇ ਵਿੱਚ ਡਿਊਟੀ ਲਗਾਈ ਹੋਈ ਹੈ। ਉਸ ਦਾ ਇੱਕ ਜਵਾਬ ਦੇ ਦੇਣ। ਉਸ ਤੋਂ ਅਗਲੀ ਗੱਲ ਆ ਗਈ ਬੇਅਦਬੀਆਂ ਦੀ। ਬੇਅਦਬੀਆਂ ਦੇ ਉੱਤੇ ਇਹਨਾਂ ਨੇ ਜਿੰਨਾ ਪ੍ਰਚਾਰ ਗੁੰਮਰਾਹ ਕਰਨਾ ਸੀ ਉਹ ਇਹਨਾਂ ਨੇ ਕਰ ਲਿਆ। ਲੋਕ ਇਹਨਾਂ ਦੇ ਬਹਿਕਾਵੇ ਵਿੱਚ ਆ ਗਏ, ਉਹਨਾਂ ਨੇ ਇਹਨਾਂ ਦੀ ਸਰਕਾਰ ਵੀ ਬਣਾਤੀ। ਪਰ ਹੁਣ ਇਹਨਾਂ ਦੇ ਕਿਹਨਾਂ ਨੇ ਹੱਥ ਬੰਨੇ ਹੋਏ ਨੇ? ਬੇਅਦਬੀ ਦੇ ਦੋਸ਼ੀ ਜਿਹੜੇ ਨੇ, ਚਾਹੇ ਉਹ ਬੰਬ ਬਲਾਸਟ ਵਾਲੇ ਹੋਣ, ਚਾਹੇ ਉਸ ਤੋਂ ਬਾਅਦ ਜਿਨ੍ਹਾਂ ਡੇਰਾ ਪ੍ਰੇਮੀਆਂ ਨੇ ਬਾਈਬਲ ਕਲਾਂ ਦੇ ਵਿੱਚ ਬੇਅਦਬੀ ਕੀਤੀ, ਬਰਗਾੜੀ ਦੇ ਵਿੱਚ ਕੀਤੀ, ਉਹਨਾਂ ਨੂੰ ਅੱਜ ਤੱਕ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ। ਭਾਈ ਅਮਰਤਪਾਲ ਸਿੰਘ ਦੇ ਤਾਂ ਇਹਨਾਂ ਨੇ ਵਾਰੰਟ ਕੱਢ ਦਿੱਤੇ, ਉਹਨਾਂ ਨੂੰ ਅਸਾਮ ਦੀ ਜੇਲ੍ਹ ਤੱਕ ਵੀ ਪਹੁੰਚਾ ਦਿੱਤਾ, ਡਿਬਰੂਗੜ੍ਹ। ਪਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਘਰ ਵਾਲਿਆਂ ਨੂੰ ਕਦੀ ਇਹਨਾਂ ਨੇ ਪਰੇਸ਼ਾਨ ਕੀਤਾ? ਕਦੀ ਉਹਨਾਂ ਦੇ ਉੱਤੇ ਵੀ ਇਸ ਤਰੀਕੇ ਦੀ ਇਹਨਾਂ ਨੇ ਕੋਈ ਕਾਰਵਾਈ ਕੀਤੀ ਹੈ? ਜਿਹੜੇ 2015 ਤੋਂ ਲੈ ਕੇ ਅੱਜ 2023 ਆ ਗਿਆ ਹੈ, ਉਹ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਦੇ ਕਿਸ ਥਾਣੇ ਦੇ ਵਿੱਚ ਇਹਨਾਂ ਨੇ ਲਾਏ ਨੇ? ਕਿਤੇ ਪੀਰ ਮੁਹੰਮਦ ਜੀ, ਤੁਸੀਂ ਇੱਕ ਸਵਾਲ ਦਾ ਜਵਾਬ ਦਿਵੋ। ਉਹ ਸਾਰੇ ਸਿੱਖਾਂ ਨੂੰ ਤਾਂ ਰਿਪਰੈਜ਼ੈਂਟ ਕਰਦੇ ਨੇ ਨਾ, ਉਹ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਪੋਲੀਟੀਕਲ ਤੌਰ ਦੇ ਉੱਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ ਇਹ ਸਿੱਖ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਸਿੱਖ ਵੋਟਰਸ ਨੇ ਉਹਨਾਂ ਪ੍ਰਬੰਧਕ ਕਮੇਟੀ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੇ ਵੀ ਹੁਣ ਤੱਕ ਸਾਡੇ ਪ੍ਰਧਾਨ ਹੋਏ ਨੇ ਉਹ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੀ ਅਹੁਦੇਦਾਰ ਹੈ। ਦੂਸਰੀ ਗੱਲ, ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਉਂ ਭੁੱਲ ਗਏ ਜਾਂ ਉਹਨਾਂ ਨੂੰ ਉਹ ਦਿਖਾਇਆ ਨਹੀਂ ਗਿਆ ਫੈਸਲਾ। ਸੁਪਰੀਮ ਕੋਰਟ ਦੇ ਵਿੱਚ ਇੱਕ ਸ਼ਖਸ ਨੇ ਜਿਹੜਾ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇੱਕ ਕੇਸ ਚੱਲਿਆ ਪਿਛਲੇ 2 ਦਿਨ ਪਹਿਲਾਂ, ਤੁਹਾਨੂੰ ਵੀ ਗੌਰਵ ਜੀ ਯਾਦ ਹੋਵੇਗਾ, ਜਿੰਦੇ ਵਿੱਚ ਉਹਨਾਂ ਨੇ 2 ਸੰਵਿਧਾਨਾਂ ਦੀ ਗੱਲ ਕੀਤੀ ਸੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜੀ ਤਕੜੀ ਚੋਣ ਨਿਸ਼ਾਨ ਖੋਲਿਆ ਜਾਵੇ, ਇਹਨਾਂ ਦੇ ਕੋਲੋਂ ਇਹ ਜਿਹੜੀ ਰਾਜਨੀਤਿਕ ਪਾਰਟੀ ਵਜੋਂ ਇਹਨੂੰ ਆਪਣੇ ਕੈਂਸਲ ਕੀਤਾ ਜਾਵੇ, ਇਹਨੂੰ ਰਿਜੈਕਟ ਕੀਤਾ ਜਾਵੇ। ਲੇਕਿਨ ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਤਾਂ ਹਾਈ ਕੋਰਟ ਦੇ ਵਿੱਚ ਹੀ ਇਹਨੂੰ ਕੁਐਸ਼ ਕਰ ਦੇਣਾ ਚਾਹੀਦਾ ਸੀ ਉਸ ਕੇਸ ਨੂੰ, ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਧਰਮ ਵੀ ਦੀ ਤੇ ਰਾਜਨੀਤੀ ਜਿਹੜੀ ਉਹਨਾਂ ਦਾ ਇੱਕ ਸੁਮੇਲ ਹੈ ਮੀਰੀ ਪੀਰੀ ਦਾ, ਉਹਦੇ ਉੱਤੇ ਉਹ ਚੱਲਦੀ ਆ ਰਹੀ ਹੈ। ਸੋ ਜੇ ਇਹਨਾਂ ਨੂੰ ਲੱਗਦਾ ਕਿ ਅਸੀਂ ਧਰਮ ਨਿਰਪੱਖ ਰਹਿਣਾ ਤੇ ਕਾਮਰੇਡਾਂ ਦੇ ਕੋਲੋਂ ਇਹ ਇਹੋ ਜਿਹੀਆਂ ਪਟੀਸ਼ਨਾਂ ਸਾਡੇ ਖਿਲਾਫ ਪਵਾ ਕੇ ਸੁਪਰੀਮ ਕੋਰਟ ਤੱਕ ਗਏ ਨੇ, ਅਸੀਂ ਉਹ ਕੇਸ ਲੜਿਆ ਤੇ ਸਾਨੂੰ ਤਾਂ ਮਾਨਯੋਗ ਸੁਪਰੀਮ ਕੋਰਟ ਇੰਡੀਆ ਨੇ ਵੀ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਕਿ ਧਰਮ ਤੇ ਰਾਜਨੀਤੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ, ਮਤਲਬ ਕੁੱਲ ਮਿਲਾ ਕੇ ਤੁਹਾਨੂੰ ਲੱਗਦਾ ਕਿ ਧਾਮੀ ਜੀ ਦਾ ਪ੍ਰਚਾਰ ਕਰਨਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਉਸ ਦੇ ਉੱਪਰ ਇਤਰਾਜ਼ ਨਹੀਂ ਹੋਣਾ ਚਾਹੀਦਾ? ਬਿਲਕੁਲ ਕੋਈ ਪ੍ਰੋਬਲਮ ਨਹੀਂ। ਠੀਕ ਹੈ, ਚਲੋ ਥੋੜਾ ਜਿਹਾ ਵੇਟ ਕਰਿਓ, ਆਪਾਂ ਸਾਰਿਆਂ ਨੂੰ ਐਡ ਕਰ ਲਈ, ਇੱਕ ਵਾਰ ਮੈਂ ਤੁਹਾਡੇ ਕੋਲ ਦੁਬਾਰਾ ਆਉਂਗਾ ਵਾਪਸ। ਉੱਥੇ ਰਾਜਨੀਤਿਕ ਪ੍ਰਚਾਰ ਵੀ ਕਰਨਾ ਉਹਨਾਂ ਲਈ ਉਹਨਾਂ ਹੀ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਸੰਧੂ ਸਾਹਿਬ ਦਾ ਰੁਖ ਕਰਦਾ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਸ ਤੋਂ ਬਾਅਦ ਮੈਂ ਕੰਗ ਜੀ ਤੁਹਾਡੇ ਕੋਲ ਜਵਾਬ ਦੇ ਲਈ ਆਉਂਗਾ। ਸਾਡੇ ਨਾਲ ਕਾਂਗਰਸ ਤੋਂ ਸੰਧੂ ਸਾਹਿਬ ਨੇ, ਤੁਹਾਡਾ ਕੀ ਤਰਕ ਹੈ ਇਸ ਦੇ ਉੱਤੇ? ਤੁਹਾਨੂੰ ਲੱਗਦਾ ਕਿ ਜੇ ਐਸਜੀਪੀਸੀ ਦੇ ਪ੍ਰਧਾਨ ਪ੍ਰਚਾਰ ਕਰ ਰਹੇ ਨੇ, ਕਾਂਗਰਸ ਨੂੰ ਕੋਈ ਇਤਰਾਜ਼ ਹੈ ਕਿ ਨਹੀਂ ਹੈ? ਦੇਖੋ ਗੌਰਵ ਜੀ, ਜਿਹੜਾ ਐਸਜੀਪੀਸੀ ਇੱਕ ਨਿਰੋਲ ਧਾਰਮਿਕ ਸੰਸਥਾ, ਚ ਕੋਈ ਸ਼ੱਕ ਨਹੀਂ, ਜਿਹਦਾ ਕੰਮ ਗੁਰਦੁਆਰੇ ਦੀ ਦੇਖ ਰੇਖ ਕਰਨਾ, ਪ੍ਰਬੰਧਾਂ ਦਾ ਧਿਆਨ ਕਰਨਾ ਤੇ ਜਿਹੜੇ ਇੰਸਟੀਚਿਊਟ ਨੇ ਐਸਜੀਪੀਸੀ ਅੰਡਰ ਦੇ ਉਹਨਾਂ ਦੀ ਸਾਂਭ ਸੰਭਾਲੀਆਂ ਦੇਖ ਰੇਖ ਕਰਨਾ ਹੈ। ਮੈਨੂੰ ਬਿਲਕੁਲ ਨਹੀਂ ਲੱਗਦਾ ਬਈ ਐਸਜੀਪੀਸੀ ਦੇ ਪ੍ਰਧਾਨ ਨੂੰ ਇਲੈਕਸ਼ਨਾਂ ਦੇ ਵਿੱਚ ਜਾ ਕੇ ਤੇ ਪ੍ਰਚਾਰ ਕਰਨਾ ਚਾਹੀਦਾ। ਬਿਲਕੁਲ ਕਾਂਗਰਸ ਵੀ ਇਹਦੇ ਖਿਲਾਫ ਹੈ ਵੀ ਇਹ ਨਹੀਂ ਕਰਨਾ ਚਾਹੀਦਾ। ਕਿਉਂ? ਕਿਉਂਕਿ ਮੈਂ ਦੱਸਦਾ ਨਾ, ਐਸਜੀਪੀਸੀ ਇੱਕ ਨਿਰੋਲ ਧਾਰਮਿਕ ਸੰਸਥਾ ਹੈ। ਤੁਹਾਡਾ ਕੰਮ ਕੀ ਹੈ? ਤੁਸੀਂ ਆਪਣੇ ਕੰਮ ਕਰੋ। ਤੁਸੀਂ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਤੇ ਕਰ ਨਹੀਂ ਰਹੇ। ਨਸ਼ੇ, ਪਤਿਤ ਪੁਣੇ, ਜਿਹੜੀ ਧਰਮ ਪਰਿਵਰਤਨ ਹੈ, ਉਹ ਤੇ ਤੁਸੀਂ ਕੀ ਹਾਲ ਤੁਹਾਡਾ? ਤੁਸੀਂ ਬਾਰਡਰ ਏਰੀਆ ਜਾ ਕੇ ਵੇਖੋ, ਉਹ ਤੁਸੀਂ ਆਪਣਾ ਉਹਦੇ ਤੇ ਫੋਕਸ ਕਰੋ। ਇਲੈਕਸ਼ਨ ਲੜਨ ਨੂੰ ਤੁਹਾਡੇ ਹੋਰ ਨੇ। ਗੌਰਵ ਜੀ, ਕੱਲ ਤੇ ਫਿਰ ਇਸ ਤਰ੍ਹਾਂ ਕਹਿਣਗੇ ਜੀ ਸਾਡੇ ਐਸਜੀਪੀਸੀ ਦੇ ਮੈਂਬਰਸ ਵੀ ਆ ਜਾਣਗੇ, ਐਸਜੀਪੀਸੀ ਦੀਆਂ ਗੱਡੀਆਂ ਵੀ ਆ ਜਾਣਗੀਆਂ, ਕੱਲ ਨੂੰ ਕਹਿਣਗੇ ਉੱਥੇ ਲੰਗਰ ਵੀ ਆ ਜਾਊਗਾ।
ਨਹੀਂ ਦੇਖੋ ਗੌਰਵ ਜੀ ਜਿਹੜੀ ਗਲਤ ਗੱਲ ਹੈ ਉਹ ਗਲਤ ਗੱਲ ਹੈ। ਐਸਜੀਪੀਸੀ ਦੇ ਪ੍ਰਧਾਨ ਦਾ ਇਲੈਕਸ਼ਨਾਂ ਦੇ ਵਿੱਚ ਪ੍ਰਚਾਰ ਕਰਨਾ ਕਾਂਗਰਸ ਬਿਲਕੁਲ ਇਹਦੀ ਗਲਤ ਮੰਨਦੀ ਹੈ। ਇਹ ਪ੍ਰਚਾਰ ਨਹੀਂ ਕਰਨਾ ਚਾਹੀਦਾ, ਹਾਲਾਂਕਿ ਇਹ ਪਹਿਲਾਂ ਵੀ ਹੁੰਦਾ ਆ, ਪਰ ਇਹ ਬਿਲਕੁਲ ਗਲਤ ਗੱਲ ਆ। ਤੁਸੀਂ ਵੇਖਿਆ ਹੈ ਕਿ ਐਸਜੀਪੀਸੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਅਕਾਲੀ ਵਰਕਰ ਜਾ ਕੇ, ਇਹਨਾਂ ਦੇ ਪ੍ਰਧਾਨ ਜਾ ਕੇ, ਜਾਂ ਇਹਨਾਂ ਦੇ ਜਿਹੜੇ ਐਮਐਲਏ ਨੇ ਜਾ ਕੇ ਪ੍ਰਚਾਰ ਕਰਦੇ ਆ, ਉਹ ਕਰਨ, ਉਹ 100 ਵਾਰੀ ਕਰਨ, ਉਹ ਕੋਈ ਇਤਰਾਜ਼ ਨਹੀਂ ਗਾ। ਪਰ ਇੱਕ ਐਸਜੀਪੀਸੀ ਦਾ ਜਦੋਂ ਪ੍ਰਧਾਨ ਚੁਣਿਆ ਗਿਆ, ਮੈਂ ਮੰਨ ਲਿਆ ਅਕਾਲੀ ਦਲ ਤੋਂ ਸੀ, ਪਰ ਜਦੋਂ ਇੱਕ ਪ੍ਰਧਾਨ ਚੁਣ ਲਿਆ, ਹੁਣ ਉਹ ਇੱਕ ਮੁਖੀ ਆ, ਜਦੋਂ ਇੱਕ ਮੁਖੀ ਆ, ਜਿਸ ਤਰ੍ਹਾਂ ਆਪਾਂ ਮੁੱਖ ਮੰਤਰੀ ਸਾਹਿਬ ਚੁਣ ਲਏ, ਭਗਵੰਤ ਮਾਨ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਚੁਣ ਲਏ, ਹੁਣ ਉਹਨਾਂ ਦਾ ਕੰਮ ਸਿਰਫ ਆਮ ਆਦਮੀ ਦਾ ਜਾਂ ਆਮ ਆਦਮੀ ਦੇ ਪਾਰਟੀ ਦੇ ਵਰਕਰਾਂ ਦਾ ਧਿਆਨ ਪ੍ਰਚਾਰ ਤਾਂ ਉਹ ਵੀ ਕਰਦੇ ਨੇ ਸਰ, ਕੋਈ ਪ੍ਰਚਾਰ ਤਾਂ ਉਹ ਵੀ ਕਰਦੇ ਨੇ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਪ੍ਰਚਾਰ ਤਾਂ ਉਹ ਵੀ ਕਰ ਰਹੇ ਸੀ, ਚੰਨੀ ਮੁੱਖ ਮੰਤਰੀ ਸੀ, ਪ੍ਰਚਾਰ ਤਾਂ ਆਪਣੀ ਪਾਰਟੀ ਲਈ ਉਹ ਵੀ ਕਰ ਰਹੇ ਸੀ। ਗੌਰਵ ਜੀ ਸਿਆਸੀ ਪਾਰਟੀਆਂ ਨੇ, ਸਿਆਸੀ ਪਾਰਟੀ ਦਾ ਮੁਖੀ ਕਿਤੇ ਵੀ ਪ੍ਰਕਾਰ ਕਰ ਸਕਦਾ, ਇਹ ਤੁਹਾਡਾ ਪੁਆਇੰਟ ਹੈ। ਸਿਆਸੀ ਪਾਰਟੀ ਨਹੀਂ, ਉਹ ਸਿਆਸੀ ਪਾਰਟੀ ਨਹੀਂ ਗਈ। ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਐਸਜੀਪੀਸੀ ਇੱਕ ਸਿਆਸੀ ਪਾਰਟੀ ਨਹੀਂ ਗਈ, ਜਾਂ ਫਿਰ ਕਹਿੰਦੇ ਐਸਜੀਪੀਸੀ ਇੱਕ ਸਿਆਸੀ ਪਾਰਟੀ ਆ। ਉਹ ਇੱਕ ਨਿਰੋਲ ਧਾਰਮਿਕ ਸੰਸਥਾ ਹੈ ਜਿਹਦਾ ਮੈਂ ਵੀ ਸਿਰ ਝੁਕਾ ਕੇ ਸਨਮਾਨ ਕਰਦਾ, ਅਕਾਲ ਤਖਤ ਦਾ, ਧਾਮੀ ਸਾਹਿਬ ਦਾ ਮੈਂ ਵੀ ਸਿਰ ਝੁਕਾ ਕੇ ਸਨਮਾਨ ਕਰਦਾ। ਜਦੋਂ ਉਹ ਪ੍ਰਚਾਰ ਕਰਨ ਆ ਜਾਂਦੇ ਨੇ ਫਿਰ ਉਹਦਾ ਗੱਲ ਗਲਤ ਹੋ ਜਾਂਦਾ। ਠੀਕ ਹੈ ਪੀਰ ਮੁਹੰਮਦ ਜੀ, ਛੋਟਾ ਜਿਹਾ ਰਿਐਕਸ਼ਨ। ਨਿਰੋਲ ਧਾਰਮਿਕ ਸੰਸਥਾਏ ਬਾਵਜੂਦ ਇਸ ਦੇ ਪ੍ਰਚਾਰ ਕਰ ਰਹੇ ਹੋ। ਦੇਖੋ ਇਹ ਜਿਹੜੀ ਹੈ ਨਾ, ਇਸ ਮਸਲੇ ਦੇ ਉੱਤੇ ਸਾਰੇ ਇਕੱਠੇ ਹੋਣਗੇ, ਬੀਜੇਪੀ ਵੀ ਇਹਨਾਂ ਦੇ ਨਾਲ ਖੜੇਗੀ, ਕਾਂਗਰਸ ਵੀ ਖੜੇਗੀ ਔਰ ਆਮ ਆਦਮੀ ਪਾਰਟੀ, ਕਿਉਂਕਿ ਇੱਕ ਦੂਸਰੇ ਦਾ ਇਹਨਾਂ ਗੱਲਾਂ ਦੇ ਵਿੱਚ ਬੜਾ ਕਲੀਅਰ ਨੇ। ਇਹ ਇਹੋ ਜਿਹੀਆਂ ਗੱਲਾਂ ਦੇ ਵਿੱਚ ਇੱਕ ਦੂਸਰੇ ਦਾ ਸਾਥ ਦਿੰਦੇ ਆ। ਪਰ ਤੁਸੀਂ ਦੇਖੋ ਦੂਸਰੀ ਗੱਲ ਤੇ ਨਹੀਂ ਬੋਲੇ ਸੰਧੂ ਸਾਹਿਬ ਕਿ ਚੀਫ ਖਾਲਸਾ ਦੀਵਾਨ ਜਿਹੜੀ ਏਡੀ ਵੱਡੀ ਸੰਸਥਾ ਹੈ, ਉਸ ਦਾ ਜਿਹੜਾ ਮੁਖੀ ਹੈ ਸਰਦਾਰ ਇੰਦਰਬੀਰ ਸਿੰਘ ਨਿੱਜਰ, ਉਹਨੂੰ ਪ੍ਰਚਾਰ ਕਰਨ ਦਾ ਅਧਿਕਾਰ ਹੈਗਾ। ਉਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਜੀ? ਜੇ ਠੀਕ ਆਪਾਂ ਜਵਾਬ ਲੈ ਲੈਂਦੇ ਹਾਂ, ਸੋਢੀ ਸਾਹਿਬ ਦਾ ਰੁਕ ਕਰਨਾ, ਆਪਾਂ ਜਵਾਬ ਲੈ ਲੈਂਦੇ ਹਾਂ। ਸੰਧੂ ਸਾਹਿਬ ਉਸ ਦੇ ਉੱਪਰ ਨਹੀਂ ਬੋਲੇ ਤੁਸੀਂ, ਹਾਲਾਂਕਿ ਕੰਗ ਜੀ ਵੀ ਜਵਾਬ ਦੇਣਗੇ ਲਾਜ਼ਮੀ ਤੌਰ ਤੇ ਇਸ ਦੇ ਉੱਪਰ। ਸੰਧੂ ਜੀ ਤੁਹਾਨੂੰ ਲੱਗਦਾ ਕਿ ਉਸ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਫਿਰ? ਗੌਰਵ ਜੀ ਉਲਟ ਹੋ ਗਿਆ ਨਾ, ਦੇਖੋ ਉਹ ਉਲਟ ਨੇ। ਉਹ ਪਹਿਲਾਂ ਧਾਰਮਿਕ ਸੰਸਥਾ ਦੇ ਮੁਖੀ ਸੀ, ਬਾਅਦ ਚ ਉਹਨਾਂ ਨੇ ਇਲੈਕਸ਼ਨ ਲੜ ਕੇ ਸਰਕਾਰ ਦੇ ਵਿੱਚ ਆਏ ਨੇ, ਉਹ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹ ਪੰਜਾਬ ਦੇ ਮੰਤਰੀ ਨੇ, ਉਹ ਕਰ ਸਕਦੇ ਆ। ਦੇਖੋ ਉਹ ਜਾਇਜ਼ ਆ, ਉਹ ਕਰ ਸਕਦੇ ਆ, ਉਹ ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ ਹੋ ਰਹੀ, ਉਹ ਵੱਖਰੀ ਸੰਸਥਾ ਹੈ। ਉਹ ਸੰਸਥਾ ਦੇ ਮੁਖੀ ਨੇ, ਪਲੱਸ ਜਾਂ ਤੇ ਧਾਮੀ ਸਾਹਿਬ ਹੀ ਇਲੈਕਸ਼ਨ ਲੜ ਕੇ ਐਮਐਲਏ ਬਣੇ ਹੁੰਦੇ ਜਾਂ ਮੰਤਰੀ ਬਣੇ ਹੁੰਦੇ, 100 ਵਾਰੀ ਕਰਦੇ, ਸਾਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਧਾਮੀ ਸਾਹਿਬ ਨੂੰ। ਸੰਧੂ ਸਾਹਿਬ ਕਿਉਂ ਭੁੱਲਦੇ ਹੋ? ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਨੇ। ਇਸ ਕਰਕੇ ਅਸੀਂ ਤਾਂ ਕਲੀਅਰ ਕਰਦੇ ਹਾਂ ਕਿ ਤੇ ਗੋਲਮੋਲ ਥੋੜਾ ਗੱਲ ਕਰਦੇ ਇੱਕ ਕਰਕੇ ਸਰ, ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚ ਸਕੇ। ਬੀਬੀ ਜਗੀਰ ਕੌਰ, ਮੇਰੀ ਗੱਲ ਸੁਣੋ, ਬੀਬੀ ਜਗੀਰ ਕੌਰ ਔਰ ਇਸੇ ਤਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌੜਾ ਮੈਂਬਰ ਰਾਜ ਸਭਾ ਵੀ ਰਹੇ ਨੇ। ਠੀਕ ਹੈ ਤੁਹਾਡਾ ਪੁਆਇੰਟ ਪੀਰ ਮੁਹੰਮਦ ਜੀ। ਦੇਖੋ ਦੂਜਾ ਪੁਆਇੰਟ ਇਹ ਵੀ ਹੈ, 2022 ਚ ਬੀਬੀ ਜਗੀਰ ਕੌਰ ਨੂੰ ਟਿਕਟ ਦੇਣੀ ਸੀ, ਪਹਿਲਾਂ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਸਵੇਰੇ ਅਸਤੀਫਾ ਆਇਆ, 2 ਘੰਟੇ ਬਾਅਦ ਟਿਕਟ ਅਨਾਉਂਸ ਹੋ ਗਈ ਉਹਨਾਂ ਦੀ। ਜੀ ਦਿਸ ਇਜ਼ ਪੁਆਇੰਟ, ਮੈਂ ਵੀ ਇਹੀ ਕਹਿਣ ਲੱਗਾ ਸੀ ਵੀ ਬੀਬੀ ਜਗੀਰ ਕੌਰ ਨੇ ਪਹਿਲਾਂ ਅਸਤੀਫਾ ਦਿੱਤਾ ਸੀ, ਬਾਅਦ ਦੇ ਵਿੱਚ ਇਲੈਕਸ਼ਨ ਲੜੀ ਸੀ। ਤੁਸੀਂ ਮੇਰਾ ਪੁਆਇੰਟ ਆਪ ਬੋਲ ਗਏ। ਇਹ ਪੁਆਇੰਟ ਦੇਖੋ, ਜੇ ਉਹਨਾਂ ਨੇ ਇਲੈਕਸ਼ਨ ਕੰਪੇਨਿੰਗ ਕਰਨੀ ਹੈ 100 ਵਾਰੀ ਕਰਨ, ਅਸਤੀਫਾ ਦੇਣ ਆਉਣ, ਅਸੀਂ ਜੀ ਵੈਲਕਮ ਕਰਾਂਗੇ, ਠੀਕ ਹੈ, ਸਾਨੂੰ ਕੋਈ ਇਤਰਾਜ਼। ਚਲੋ ਆਪਾਂ ਬੀਜੇਪੀ ਨੂੰ ਵੀ ਐਡ ਕਰੀਏ। ਸੋਢੀ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਦਿਆਲ ਸਿੰਘ ਸੋਢੀ ਜੀ, ਬੀਜੇਪੀ ਇਸ ਦੇ ਉੱਤੇ ਕੀ ਸਟੈਂਡ ਰੱਖਦੀ ਹੈ ਕਿ ਵਾਕਈ ਧਾਰਮਿਕ ਆਗੂ ਨੂੰ ਐਸਜੀਪੀਸੀ ਦੇ ਪ੍ਰਧਾਨ ਨੂੰ ਪ੍ਰਚਾਰ ਨਹੀਂ ਕਰਨਾ ਚਾਹੀਦਾ? ਦੇਖੋ ਗੌਰਵ ਜੀ, ਜਿਹੜੀ ਸਾਡੀ ਡਿਬੇਟ ਚੱਲ ਰਹੀ ਹੈ ਜੀ, ਇਸ ਡਿਬੇਟ ਦੇ ਵਿੱਚ ਜਿੰਨੇ ਵੀ ਪਹਿਲਾਂ ਬੁਲਾਰਿਆਂ ਨੇ ਬੋਲਿਆ, ਮੈਂ ਉਹਦੇ ਵਿੱਚ ਇੱਕ ਗੱਲ ਐਡ ਕਰਨੀ ਚਾਹੁੰਦਾ। ਜੀ ਬਿਲਕੁਲ, ਕਿ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਇੱਕ ਸਿੱਖ ਕੌਮ ਦੀ ਬੜੀ ਉੱਚੀ ਸੰਸਥਾ ਹੈ, ਔਰ ਜਿਹੜੇ ਇਸ ਸੰਸਥਾ ਦੇ ਪ੍ਰਧਾਨ ਨੇ ਉਹਨਾਂ ਦਾ ਬਹੁਤ ਵੱਡਾ ਰੁਤਬਾ ਹੈ। ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ, ਜਿਵੇਂ ਸ਼੍ਰੋਮਣੀ ਅਕਾਲੀ ਦਲ ਤੋਂ ਕਰ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਦੇ ਕੇ ਉਹਨਾਂ ਨੂੰ ਜਿਹੜਾ ਜਿਤਾਇਆ ਗਿਆ ਜੀ, ਲੇਕਿਨ ਮੈਂ ਇੱਥੇ ਇੱਕ ਗੱਲ ਕਹੂੰਗਾ ਕਿ ਇਹ ਗੱਲ ਦੋ ਪੱਖਾਂ ਤੋਂ ਜੱਜਣੀ ਚਾਹੀਦੀ ਹੈ ਕਿ ਜੇ ਇੱਕ ਜਿਹੜੀ ਸਿੱਖ ਕੌਮ ਦੀ ਜਿਹੜੀ ਸੰਸਥਾ ਹੈ ਔਰ ਉਹਦੇ ਨਾਲ ਹੀ ਅਸੀਂ ਗੱਲ ਕਰੀਏ ਕਿ ਜਦੋਂ ਉਹਦੀ ਚੋਣ ਹੁੰਦੀ ਹੈ ਤੇ ਚੋਣ ਬਣਨ ਤੋਂ ਬਾਅਦ ਜਿਹੜਾ ਉਹ ਪ੍ਰਧਾਨ ਹੈ ਉਹ ਸਾਰੀ ਸਿੱਖ ਕੌਮ ਦਾ ਪ੍ਰਧਾਨ ਬਣ ਜਾਂਦਾ ਹੈ, ਔਰ ਜਦੋਂ ਕਿਤੇ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਦੇਸ਼ ਦੀ, ਤਾਂ ਸਾਰੀਆਂ ਪਾਰਟੀਆਂ ਆਪੋ ਆਪਣਾ ਜਿਹੜਾ ਹੈਗਾ ਉਮੀਦਵਾਰ ਖੜਾ ਕਰਦੀਆਂ, ਚਾਹੇ ਉਹ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਉਹ ਕੋਈ ਅਲਾਇੰਸ ਹੋਵੇ, ਰਲ ਕੇ ਕਰਦੀਆਂ ਨੇ। ਠੀਕ ਹੈ, ਲੇਕਿਨ ਜਦੋਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਹ ਰਾਸ਼ਟਰਪਤੀ ਜੀ ਸਾਰਿਆਂ ਦਾ ਹੀ ਸਾਂਝਾ ਰਾਸ਼ਟਰਪਤੀ ਬਣ ਜਾਂਦੇ ਨੇ, ਉਹ ਕਿਸੇ ਪਾਰਟੀ ਦੇ ਲਈ ਪ੍ਰਚਾਰ ਨਹੀਂ ਕਰਦੇ। ਲੇਕਿਨ ਇਸੇ ਤਰ੍ਹਾਂ ਹੀ ਮੈਂ ਸਮਝਦਾ ਕਿ ਜਿਹੜਾ ਸਿੱਖ ਕੌਮ ਦੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਦੋਂ ਉਹਦੇ ਪ੍ਰਧਾਨ ਬਣ ਗਏ ਉਹ ਸਾਰੇ ਸਾਂਝੇ ਬਣ ਗਏ,
ਉਹ ਕਿਸੇ ਇੱਕ ਪਾਰਟੀ ਦੇ ਲਈ ਪ੍ਰਚਾਰ ਕਰਨਾ ਮੈਂ ਸਮਝਦਾ ਉਹਨਾਂ ਦਾ ਇਹ ਰੁਤਬਾ ਨਹੀਂ ਹੈ, ਉਹ ਸਾਰਿਆਂ ਦੇ ਸਾਂਝੇ ਨੇ। ਔਰ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੈ, ਮੈਂ ਸਮਝਦਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਗੁਰੂ ਘਰਾਂ ਦੀ ਸਾਂਭ ਸੰਭਾਲ ਔਰ ਸਿੱਖੀ ਧਰਮ ਦਾ ਪ੍ਰਚਾਰ ਔਰ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਉਣਾ ਬਣਦਾ, ਉਹ ਕਿਤੇ ਨਾ ਕਿਤੇ ਜ਼ਰੂਰ ਪਿੱਛੇ ਹੈ। ਤੁਸੀਂ ਵੇਖੋ ਅੱਜ ਸਾਡੇ ਪੰਜਾਬ ਦੇ ਵਿੱਚ ਕਿੰਨਾ ਧਰਮ ਪਰਿਵਰਤਨ ਹੋ ਰਿਹਾ ਹੈ। ਮੈਂ ਸਮਝਦਾ ਕਿ ਜੇ ਸ਼੍ਰੋਮਣੀ ਕਮੇਟੀ ਪ੍ਰਚਾਰ ਕਰਨ ਦੇ ਵਿੱਚ ਸਫਲ ਹੁੰਦੀ ਤੇ ਸ਼ਾਇਦ ਇੰਨਾ ਧਰਮ ਪਰਿਵਰਤਨ ਨਾ ਹੁੰਦਾ। ਸੋ ਮੇਰਾ ਮੰਨਣਾ ਇਹ ਹੈ ਕਿ ਇੱਕ ਸਿੱਖ ਕੌਮ ਦੇ ਰੁਤਬੇ ਵਾਲੇ ਜਿਹੜਾ ਵਿਅਕਤੀ ਹੈ, ਜੋ ਪ੍ਰਧਾਨ ਹੈ, ਉਹਨੂੰ ਕਿਸੇ ਵੀ ਸਿਆਸੀ ਪਾਰਟੀ ਦੇ ਲਈ ਵੋਟਾਂ ਮੰਗਣੀਆਂ ਨਹੀਂ ਚਾਹੀਦੀਆਂ, ਕਿਉਂਕਿ ਉਹ ਸਾਰਿਆਂ ਦਾ ਸਾਂਝਾ ਇੱਕ ਪ੍ਰਧਾਨ ਹੈ। ਠੀਕ ਹੈ ਕੰਗ ਜੀ, ਤੁਹਾਡਾ ਵੀ ਪੁਆਇੰਟ ਦੇਖੋ ਇਸ ਸਮੇਂ ਆਇਆ। ਦਿਆਲ ਸਿੰਘ ਸੋਢੀ ਜੀ ਵੀ ਕਹਿ ਰਹੇ ਨੇ ਕੰਗ ਜੀ, ਪਰ ਮੈਂ ਦੋ ਚੀਜ਼ਾਂ ਦੇ ਉੱਤੇ ਫੋਕਸ ਕਰਦਾ। ਪੁਆਇੰਟ ਨੰਬਰ 1, ਇੱਕ ਤਾਂ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਟਿਕਟ, ਤੇ ਦੂਜਾ ਉਹ ਕਹਿ ਰਹੇ ਨੇ ਕਿ ਬੇਅਦਬੀ ਦਾ ਗੋਲੀकांड ਦਾ ਤੁਸੀਂ ਜ਼ਿਕਰ ਕਰਦੇ ਹੋ, ਉਹਦੇ ਵਿੱਚੋਂ ਨਿਕਲਿਆ ਕੁਝ ਨਹੀਂ, ਉਹ ਤਾਂ 2015 ਤੋਂ ਲੈ ਕੇ 2023 ਆ ਗਿਆ। ਤੁਹਾਡੀ ਸਰਕਾਰ ਨੂੰ ਵੀ 12-13 ਮਹੀਨੇ ਆਲਰੇਡੀ ਹੋ ਚੁੱਕੇ ਨੇ। ਦੋਸ਼ੀਆਂ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਜੀ ਇਹਨਾਂ ਨੇ? ਜਿਹੜੇ ਦੋਸ਼ੀ ਨੇ ਅੱਜ ਵੀ ਮੈਂ ਉਹੀ ਜਵਾਬ, ਪੀਰ ਮੁਹੰਮਦ ਜੀ ਉਹੀ ਜਵਾਬ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਉਸੇ ਗੱਲ ਦੇ ਉੱਤੇ ਆਵਾਂਗਾ। ਤੁਹਾਡੇ ਕੋਲ ਵੀ ਮੈਂ ਮੁੜਦਾ ਇੱਕ ਵਾਰੀ ਕੰਗ ਸਾਹਿਬ ਦਾ ਰਿਐਕਸ਼ਨ ਲੈਣਾ। ਕੰਗ ਜੀ। ਗੌਰਵ ਜੀ, ਪਹਿਲੀ ਗੱਲ ਤੇ ਇਹ ਕੰਸੈਪਟ ਸਮਝਣਾ ਪੈਣਾ ਹੈ ਕਿ ਜੇ ਐਸਜੀਪੀਸੀ ਕੋ ਪੋਲੀਟੀਕਲ ਕੰਮ ਲੈਣਾ ਹੁੰਦਾ ਤੇ ਫਿਰ ਤਾਂ ਸ਼੍ਰੋਮਣੀ ਅਕਾਲੀ ਦਲ ਹੈਗਾ ਹੀ ਸੀ, ਫਿਰ ਐਸਜੀਪੀਸੀ ਦੀ ਕੀ ਲੋੜ ਸੀ? ਔਰ ਐਸਜੀਪੀਸੀ ਦਾ ਕੰਸੈਪਟ ਕੀ ਆ? ਕੰਸੈਪਟ ਇਹ ਆ ਵੀ ਗੁਰੂ ਘਰਾਂ ਦਾ ਸਾਂਭ ਸੰਭਾਲਣ ਤੋਂ ਇਲਾਵਾ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਔਰ ਸਿੱਖ ਮਰਿਆਦਾਵਾਂ ਨੂੰ ਕਿਸ ਤਰ੍ਹਾਂ ਅੱਗੇ ਲਾਗੂ ਕਰਾਉਣਾ ਹੈ। ਇਹ ਬਹੁਤ ਵੱਡਾ ਕੰਮ ਹੈ। ਉਹਦੇ 'ਚ ਤਾਂ ਏਡਾ ਵੱਡਾ ਖਲਾ ਆਇਆ ਪਿਆ। ਗੱਲ ਇਹ ਆ, ਜੇ ਕੋਈ ਪ੍ਰੈਕਟਿਸ ਗਲਤ ਚੱਲ ਰਹੀ ਹੈ ਕਈ ਸਾਲਾਂ ਤੋਂ, ਤੇ ਜੇ ਉਹ ਗਲਤ ਚੱਲ ਰਹੀ ਹੈ ਤੇ ਹੁਣ ਵੀ ਉਹਨੂੰ ਜਸਟੀਫਾਈ ਇਸ ਕਰਕੇ ਕਰੀ ਜਾਈਏ ਕਿ ਪਿਛਲੇ ਸਾਲਾਂ 'ਚ ਹੋ ਰਿਹਾ, ਮੈਨੂੰ ਲੱਗਦਾ ਉਹਨੂੰ ਸੁਧਾਰਨਾ ਚਾਹੀਦਾ ਹੈ। ਔਰ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਹੈ, ਮੈਂ ਨਿੱਜੀ ਤੌਰ ਤੇ ਐਜ ਏ ਕਮੇਟੀ ਪ੍ਰਧਾਨ ਮੈਂ ਆਪ ਰਿਸਪੈਕਟ ਕਰਦਾ ਹਾਂ। ਮੈਂ ਉਹਨਾਂ ਦਾ ਵੋਟਰ ਹੀ ਹਾਂ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਰਾਜਨੀਤਿਕ ਮਤਭੇਦ ਹੈ, ਲੇਕਿਨ ਧਾਮੀ ਸਾਹਿਬ ਐਜ ਏ ਪ੍ਰੈਜ਼ੀਡੈਂਟ ਮੈਂ ਨਿੱਜੀ ਤੌਰ ਤੇ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹੈ ਔਰ ਪਸੰਦ ਕਰਦਾ ਉਹਨਾਂ ਦੀ ਵਰਕਿੰਗ। ਲੇਕਿਨ ਜੇ ਇਸ ਤਰੀਕੇ ਨਾਲ ਰਾਜਨੀਤਿਕ ਲਾਹਾ ਲੈਣਗੀਆਂ ਧਾਰਮਿਕ ਜਥੇਬੰਦੀਆਂ ਤੋਂ ਪੋਲੀਟੀਕਲ ਪਾਰਟੀਆਂ, ਤੇ ਫਿਰ ਸੰਸਥਾ ਦੀ ਕ੍ਰੈਡੀਬਿਲਿਟੀ 'ਚ ਵੀ ਗਿਰਾਵਟ ਆਉਂਦੀ ਹੈ, ਲੋਕਾਂ ਦੀ ਭਰੋਸੇਯੋਗਤਾ 'ਚ ਵੀ ਕਮੀ ਆਉਂਦੀ ਆ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਚੀਫ ਖਾਲਸਾ ਦੀਵਾਨ ਨੂੰ, ਦੇਖੋ ਇਸ ਤਰੀਕੇ ਨਾਲ ਤੇ ਹਜ਼ਾਰਾਂ ਸੰਸਥਾਵਾਂ ਸਿੱਖਾਂ ਦੀਆਂ ਜਾਂ ਧਾਰਮਿਕ ਕੰਮ ਕਰਦੀਆਂ। ਮੈਂ ਆਪਣਾ ਐਗਜ਼ਾਮਪਲ ਦੇ ਦਿੰਦਾ। ਮੈਂ ਇੱਕ ਗੁਰੂ ਹਰਗੋਬਿੰਦ ਸਾਹਿਬ ਸਿੱਖਿਆ ਸਮਿਤੀ ਆ, ਉਹਦੇ ਇੱਕ ਸਕੂਲ ਨਾਲ ਜੁੜਿਆ। ਐ ਤਾਂ ਬਹੁਤ ਸਾਰੀਆਂ ਸੰਸਥਾਵਾਂ ਆ। ਨਿੱਜਰ ਸਾਹਿਬ ਬਤੌਰ MLA ਆਮ ਆਦਮੀ ਪਾਰਟੀ ਤੋਂ ਜਿੱਤ ਕੇ ਆਏ ਆ ਔਰ ਲੋਕਾਂ ਨੇ ਉਹਨਾਂ ਨੂੰ ਪੋਲੀਟੀਕਲ ਨੁਮਾਇੰਦਾ ਆਪਣਾ ਚੁਣਿਆ ਹੈ। ਇਸ ਕਰਕੇ ਉਹ ਪੋਲੀਟੀਕਲ ਪਰਸਨ ਹੈ। ਐਸਜੀਪੀਸੀ ਮੈਂ ਫੇਰ ਰਿਪੀਟ ਕਰ ਰਿਹਾ, ਜੇ ਐਸਜੀਪੀਸੀ ਤੋਂ ਪੋਲੀਟੀਕਲ ਐਕਟੀਵਿਟੀਜ਼ ਕਰਾਉਣੀ ਹੁੰਦੀ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਆਲਰੇਡੀ ਐਗਜ਼ਿਸਟ ਕਰ ਰਿਹਾ ਸੀ। ਐਸਜੀਪੀਸੀ ਦੀ ਜ਼ਰੂਰਤ ਨਹੀਂ ਸੀ। ਮੈਨੂੰ ਲੱਗਦਾ ਹੈ ਵੀ ਹੁਣ ਇਹਨੂੰ ਸੁਧਾਰਨ ਦੀ ਲੋੜ ਹੈ ਔਰ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਿਟੀ ਬਹਾਲ ਕਰਨ ਦੀ ਲੋੜ ਹੈ। ਔਰ ਦੂਜੀ ਜਿਹੜੀ ਗੱਲ ਇਹਨਾਂ ਨੇ ਕਹੀ ਬੇਅਦਬੀ ਔਰ ਗੋਲੀकांड, ਮੈਂ ਪਹਿਲਾਂ ਵੀ ਕਿਹਾ, ਮੈਂ ਉਹ ਕਿਹਾ ਲਾਸਟ ਗੌਰਵ ਜੀ ਮੈਂ ਪਹਿਲਾਂ ਹੀ ਕਿਹਾ ਇਹ ਕੇਸ ਖਤਮ ਨਹੀਂ ਹੋਇਆ ਜੇ। ਮੈਂ ਤੁਹਾਡੇ ਕੋਲ ਵਾਪਸ ਇੱਕ ਵਾਰੀ ਉਹ ਬੇਅਦਬੀ ਤੇ ਗੋਲੀकांड ਵਾਲੇ ਮਾਮਲੇ ਤੇ ਬੋਲ ਰਹੇ ਨੇ। ਹਾਂ ਮੈਂ ਜਵਾਬ ਦੇ ਰਿਹਾ, ਲਾਸਟ ਹੀ ਆ, ਗੱਲ ਤਾਂ ਸੁਣ, ਲਾਸਟ ਹੈ। ਮੈਂ ਕਿਹਾ ਜਿਹੜੇ ਬੇਅਦਬੀ ਉਹਦੇ ਉੱਪਰ ਹੀ ਰਿਐਕਟ ਕਰ ਰਹੇ ਨੇ। ਮੈਂ ਕਿਹਾ ਜਿਹੜੇ ਕੇਸ ਸੀਗੇ ਬੇਅਦਬੀ ਦੇ ਗੋਲੀकांड ਦੇ, ਉਹ ਹਜੇ ਕਨਕਲੂਡ ਨਹੀਂ ਹੋਏ, ਅੰਡਰ ਟ੍ਰਾਇਲ। ਔਰ ਦੋਸ਼ ਸ਼੍ਰੋਮਣੀ ਅਕਾਲੀ ਦਲ ਦੀ 2015 ਸਰਕਾਰ ਸੀ, ਉਹ ਤੇ ਲੱਗਦੇ ਆ। ਤੁਹਾਨੂੰ ਵੀ ਪਤਾ ਹੈ ਜ਼ਮਾਨਤਾਂ ਵੀ ਇਹਨਾਂ ਦੇ ਲੀਡਰ ਸਾਹਿਬਾਨਾਂ ਨੇ ਲਈਆਂ। ਮੈਂ ਚਲੋ ਬਾਦਲ ਸਾਹਿਬ ਤੇ ਚਲੇ ਗਏ ਦੁਨੀਆ ਤੋਂ, ਮੈਂ ਉਹਨਾਂ ਦੇ ਸਤਿਕਾਰ 'ਚ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਨਾ ਕਰਨੀ ਬਣਦੀ ਆ, ਲੇਕਿਨ ਇਹ ਸੱਚਾਈ ਆ ਵੀ ਉਹ ਕੇਸ ਹਜੇ ਖਤਮ ਨਹੀਂ ਹੋਏ ਔਰ ਆਮ ਆਦਮੀ ਪਾਰਟੀ ਅਕੋਰਡਿੰਗ ਟੂ ਰੂਲ ਆਫ ਲਾਅ ਉਹਨਾਂ ਦਾ ਜਸਟਿਸ ਕਰਨ ਲਈ ਕੰਮ ਕਰ ਰਹੀ ਹੈ। ਪੀਰ ਮੁਹੰਮਦ ਜੀ, ਇਹ ਦੇਖੋ ਕੰਗ ਸਾਹਿਬ, ਤੁਸੀਂ ਸਾਰੀ ਗੱਲ ਜਾਣਦੇ ਹੋਏ ਫਿਰ ਤੁਸੀਂ ਉਹਨੂੰ ਡਿਵਰਟ ਕਰ ਰਹੇ ਹੋ। ਮੈਂ ਤੁਹਾਨੂੰ ਇਹ ਪੁੱਛ ਰਿਹਾ, ਬੇਅਦਬੀ ਕਾਂਡ ਦੇ ਦੋਸ਼ੀ ਜਿਹੜੇ ਡੇਰਾ ਪ੍ਰੇਮੀ ਨੇ 3 ਔਰ ਉਹਨਾਂ ਦੇ ਉੱਪਰ ਬਕਾਇਦਾ ਪੁਲਿਸ ਨੇ ਉਹਨਾਂ ਨੂੰ PO ਡਿਕਲੇਅਰ ਕੀਤਾ ਹੋਇਆ ਹੈ, ਤੁਸੀਂ ਦੱਸੋ ਉਹਨਾਂ ਦੇ ਉੱਤੇ ਅੱਜ ਤੱਕ ਕੀ ਕਾਰਵਾਈ ਕੀਤੀ? ਦੂਜਾ ਅਦਿੱਤਿਆ ਇੰਸਾ ਜਿਹੜੇ ਉਹਨਾਂ ਦਾ ਮੁੱਖ ਬੁਲਾਰਾ ਸੀ, ਉਹਨਾਂ ਦੇ ਚੀਫ ਸਪੋਕਸਪਰਸਨ ਸੀ ਡੇਰਾ ਸਿਰਸਾ ਦੇ,
ਉਹ ਉਹਨਾਂ ਦਾ ਅੱਜ ਤੱਕ ਤੁਸੀਂ ਉਹ ਕਿੱਥੇ ਨੇ, ਉਹ ਧਰਤੀ 'ਚ ਚਲੇ ਗਏ ਜਾਂ ਅਸਮਾਨ ਦੇ ਵਿੱਚ ਚਲੇ ਗਏ, ਕਿੱਥੇ ਚਲੇ ਗਏ ਨੇ, ਉਹਨਾਂ ਬਾਰੇ ਤੁਸੀਂ ਅੱਜ ਤੱਕ ਕੋਈ ਗੱਲ ਨਹੀਂ ਕੀਤੀ। ਫਿਰ ਜਿਹੜਾ ਬੰਬ ਬਲਾਸਟ ਹੋਇਆ ਸੀ ਉਸ ਦੇ ਵਿੱਚ ਜਿਹੜੇ ਇੰਨੇ ਲੋਕ ਮਾਰੇ ਗਏ ਸੀ ਬਠਿੰਡਾ ਏਰੀਏ ਦੇ ਵਿੱਚ, ਉਹਦੇ ਉੱਤੇ ਤੁਸੀਂ ਦੱਸੋ ਕੀ ਕਾਰਵਾਈ ਕੀਤੀ? ਅੱਜ ਤੱਕ ਕੋਈ ਪੀਰ ਮੁਹੰਮਦ ਜੀ, ਦੋ ਵੱਖਰੇ ਇਸ਼ੂ ਨੂੰ ਆਪਾਂ ਕਲੱਬ ਕਰ ਰਹੇ ਹਾਂ। ਮੈਂ ਤਾਂ ਹੀ ਬੇਅਦਬੀ ਔਰ ਗੋਲੀकांड ਵਾਲੇ ਮਸਲੇ ਦੇ ਉੱਤੇ ਜ਼ਿਆਦਾ ਫੋਕਸ ਨਹੀਂ ਕਰ ਰਿਹਾ ਸੀ। ਬੇਸਿਕਲੀ ਇੱਥੇ ਦੋ ਚੀਜ਼ਾਂ ਹੈਗੀਆਂ ਨੇ, ਬੇਅਦਬੀ ਤੇ ਗੋਲੀकांड ਦਾ ਮਸਲਾ ਤਾਂ ਇੱਕ ਹੈ, ਪਰ ਦੂਜੇ ਪਾਸੇ ਇਹ ਕਿ ਐਸਜੀਪੀਸੀ ਦੇ ਪ੍ਰਧਾਨ ਪ੍ਰਚਾਰ ਕਰਨ ਕਿ ਨਾ ਕਰਨ, ਗੱਲ ਤਾਂ ਸਾਰੀ ਇੱਥੇ ਆ ਕੇ ਖੜ ਰਹੀ ਹੈ। ਪੁਆਇੰਟ ਇਹੀ ਹੈ। ਦੇਖੋ ਧਰਮ ਨਹੀਂ, ਜਿਹੜਾ ਉਹਨਾਂ ਦਾ ਤਰਕ ਹੈ ਤੁਸੀਂ ਉਸ ਦੇ ਉੱਪਰ ਰਿਐਕਟ ਕਰ ਦਿਓ। ਕੰਗ ਜੀ ਕੀ ਕਹਿ ਰਹੇ ਨੇ? ਕੰਗ ਜੀ ਕਹਿੰਦੇ ਕਿ ਜੇਕਰ ਪੋਲੀਟੀਕਲ ਐਕਟੀਵਿਟੀ ਦੀ, ਠੀਕ ਹੈ ਕਰੋ ਕੰਪਲੀਟ ਤੁਸੀਂ। ਮੈਂ ਗੱਲ ਗੌਰਵ ਜੀ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਸਾਰੇ ਪਾਰਟੀਆਂ ਦੇ ਨੁਮਾਇੰਦੇ ਇਹ ਗੱਲ ਕਹਿ ਰਹੇ ਨੇ ਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ, ਅਸੀਂ ਉਹਨਾਂ ਦਾ ਹਰ ਹੁਕਮ ਮੰਨਦੇ ਹਾਂ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ 25 ਲੱਖ ਦਸਤਖਤਾਂ ਦੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਦੱਸੋ ਉਹਦੇ ਤੇ ਦਸਤਖਤ ਕੀਤੇ ਇਹਨਾਂ ਨੇ? ਮਨਵਿੰਦਰ ਸਿੰਘ ਕੰਗ ਜੀ ਹੋਰਾਂ ਨੇ, ਜਾਂ ਜਿਹੜੇ ਸੰਧੂ ਸਾਹਿਬ ਨੇ, ਜਾਂ ਗਰੇਵਾਲ ਸਾਹਿਬ, ਇਹਨਾਂ ਦੱਸੋ ਇਹਨਾਂ ਚ ਕਿੰਨੇ ਦਸਤਖਤ ਕੀਤੇ ਆ? ਇਹ ਉਸ ਤਰ੍ਹਾਂ ਗੱਲਾਂ ਬਾਤਾਂ ਨਾਲ ਆਪਾਂ ਉਹਨਾਂ ਨੂੰ ਸਰਮੌਰ ਸੰਸਥਾ ਮੈਂ ਫਿਰ ਉਹੀ ਕਹਿ ਰਿਹਾ ਕਿ ਆਪਾਂ ਡੀਰੇਲ ਨਾ ਹੋ ਜਾਈਏ। ਮੈਂ ਤਾਂ ਵਾਪਸ ਫਿਰ ਮੁੱਦੇ ਤੇ ਆ ਜਾਵਾਂਗਾ, ਮੈਂ ਤਾਂ ਵਾਪਸ ਮੁੱਦੇ ਤੇ ਆ ਰਿਹਾ। ਦੇਖੋ ਪੁਆਇੰਟ ਪੀਰ ਮੁਹੰਮਦ ਜੀ, ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਲਾਜ਼ਮੀ ਤੌਰ ਤੇ ਡਿਬੇਟੇਬਲ ਨੇ, ਉਸ ਦੇ ਉੱਪਰ ਵੀ ਸਵਾਲ ਹੋਣੇ ਚਾਹੀਦੇ ਨੇ, ਪਰ ਮੈਂ ਬਹੁਤ ਛੋਟਾ ਜਿਹਾ ਸਵਾਲ ਪੁੱਛ ਰਿਹਾ ਕਿ ਇੱਕ ਧਾਰਮਿਕ ਸੰਸਥਾ, ਤੁਹਾਡੇ ਵਿਰੋਧੀ ਇਸ ਸਮੇਂ ਜਿਹੜੇ ਬੈਠੇ ਉਹ ਕਹਿ ਰਹੇ ਨੇ ਕਿ ਐਸਜੀਪੀਸੀ ਦਾ ਕੰਮ ਹੈ ਧਰਮ ਪ੍ਰਚਾਰ ਕਰਨਾ, ਕਿ ਉਸ ਦੇ ਵਿੱਚ ਤਾਂ ਖਲਾ ਨਜ਼ਰ ਆਉਂਦਾ, ਉਹ ਵਾਲੇ ਪਾਸੇ ਫੋਕਸ ਨਹੀਂ ਹੈ, ਇਲੈਕਸ਼ਨ ਵਾਲੇ ਪਾਸੇ ਫੋਕਸ ਹੋ ਗਿਆ, ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਗਲਤ ਹੋ ਗਈਆਂ। ਗੌਰਵ ਜੀ, ਧਾਮੀ ਸਾਹਿਬ ਅੱਜ ਪਹਿਲੀ ਵਾਰ ਕੋਈ ਪ੍ਰਚਾਰ ਨਹੀਂ ਕਰ ਰਹੇ। ਇਸ ਤੋਂ ਪਹਿਲਾਂ ਲਗਾਤਾਰ ਜਿੰਨੇ ਵੀ ਸਾਡੇ ਪ੍ਰਧਾਨ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਸਮੇਂ ਜਦੋਂ ਵੀ ਇਲੈਕਸ਼ਨ ਹੁੰਦੇ ਰਹੇ ਨੇ, ਉਹ ਇਲੈਕਸ਼ਨਾਂ ਲੜਦੇ ਵੀ ਰਹੇ ਨੇ ਔਰ ਉਹਦੇ ਲਈ ਪ੍ਰਚਾਰ ਵੀ ਕਰਦੇ ਰਹੇ, ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਰਹੇ ਨੇ। ਇਹਦੇ ਵਿੱਚ ਤਾਂ ਬਿਨਾਂ ਮਤਲਬ ਤੋਂ ਇੱਕ ਇਹਨਾਂ ਨੇ ਰਾਜਨੀਤਿਕ ਮੁੱਦਾ ਬਣਾ ਲੈਣ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹਿਲਾਂ ਵੀ ਪ੍ਰਚਾਰ ਠੀਕ ਹੈ। ਤੁਹਾਡਾ ਪੁਆਇੰਟ ਆ ਗਿਆ ਸਰ, ਤੁਹਾਡਾ ਪੁਆਇੰਟ ਆ ਗਿਆ, ਪਰ ਰਿਐਕਸ਼ਨ ਲੈ ਲਈ ਇਸ ਦੇ ਉੱਤੇ। ਸੰਧੂ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਮੈਂ ਕੰਗ ਜੀ ਤੁਹਾਡੇ ਕੋਲ ਆ ਰਿਹਾ। ਸੰਧੂ ਸਾਹਿਬ। ਗੌਰਵ ਜੀ ਦੇਖੋ, ਮੈਂ ਸੋਚ ਰਿਹਾ ਸੀ ਵੀ ਕੱਲ ਨੂੰ ਐਸਜੀਪੀਸੀ ਦੇ ਇਲੈਕਸ਼ਨ ਹੁੰਦੇ ਆ ਤੇ ਮੰਨ ਲਓ ਕੋਈ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ ਐਸਜੀਪੀਸੀ ਦਾ ਮੈਂਬਰ ਬਣ ਜਾਂਦਾ, ਕੀ ਧਾਮੀ ਸਾਹਿਬ ਉਹਦੀ ਇਲੈਕਸ਼ਨ ਵੀ ਉਹਦਾ ਪ੍ਰਚਾਰ ਕਰਨ ਜਾਣਗੇ? ਟਿਕਾਣੇ ਤੇ ਆ ਗਏ ਤੁਸੀਂ? ਨਾ ਸੁਣੋ ਨਾ, ਮੈਨੂੰ ਦੱਸੋ ਤੁਸੀਂ ਵੀ ਜੇ ਕੋਈ ਕਾਂਗਰਸ ਦਾ, ਦੱਸਦਾ ਹੁਣ ਮੈਂ ਤੁਹਾਨੂੰ ਤੁਹਾਡੀ ਪਾਰਟੀਆਂ ਦੀ ਅਸਲੀਅਤ ਦੱਸਾਂਗਾ ਕਿ ਐਸਜੀਪੀਸੀ ਤੁਸੀਂ ਕਰਦੇ ਕੀ ਹੋ। ਤੁਸੀਂ ਡਿਬੇਟ ਖਰਾਬ ਨਾ ਕਰੋ, ਸੁਣ ਲਿਆ ਕਰੋ, ਤੁਸੀਂ ਬੜੇ ਸਤਿਕਾਰਯੋਗ ਜੇ, ਪਹਿਲਾਂ ਸੁਣੋ ਫਿਰ ਜੋ ਮਰਜ਼ੀ ਜਵਾਬ ਦਿਓ। ਮੈਂ ਫਿਰ ਰਿਪੀਟ ਕਰਨਾ ਹੈ, ਜੇ ਕੱਲ ਨੂੰ ਕੋਈ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦੀ ਹੋਰ ਕਿਸੇ ਪਾਰਟੀ ਦਾ, ਮੰਨ ਲਓ ਤੁਹਾਡਾ ਕੋਈ ਮੈਂ ਮੰਨ ਲਓ ਕਹਿ ਰਿਹਾ ਮੈਂਬਰ ਬਣ ਜਾਂਦਾ ਤੇ ਉਹ ਇਲੈਕਸ਼ਨ ਲੜਦਾ, ਕੀ ਧਾਮੀ ਸਾਹਿਬ ਉੱਥੇ ਪ੍ਰਚਾਰ ਕਰਨ ਜਾਣਗੇ? ਇਹੋ ਹੀ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਉੱਥੇ ਤੁਸੀਂ ਪ੍ਰਚਾਰ ਕਰਨ ਨਹੀਂ ਜਾਣਾ, ਤੁਸੀਂ ਮੰਨੋ ਵੀ ਅਸੀਂ ਸਿਰਫ ਤੇ ਸਿਰਫ ਅਕਾਲੀ ਦਲ ਦਾ ਜਿਹੜਾ ਉਹ ਪ੍ਰਚਾਰ ਕਰਨ ਜਾਣਾ, ਤੇ ਮੈਨੂੰ ਇਹ ਦੱਸੋ ਵੀ ਜੇ ਪ੍ਰਚਾਰ ਕਰਨਗੇ ਕੀ ਪਤਾ ਇਹ ਫੰਡਿੰਗ ਵੀ ਐਸਜੀਪੀਸੀ ਦੀ ਹੋਣ ਡਈ ਹੋਵੇ। ਮੈਂ ਤੁਹਾਨੂੰ ਪਹਿਲਾਂ ਕਿਹਾ ਕੀ ਪਤਾ ਉਹਨਾਂ ਦੀਆਂ ਗੱਡੀਆਂ, ਉਹਨਾਂ ਦੇ ਬੰਦੇ, ਉਹਨਾਂ ਦੇ ਵਰਕਰ, ਉਹਨਾਂ ਦਾ ਲੰਗਰ ਵੀ ਇੱਥੇ ਚੱਲਣ ਡਿਆ ਹੋਵੇ। ਦੇਖੋ ਮੈਂ ਧਾਮੀ ਜੀ ਦਾ ਵੀ ਬੜਾ ਸਤਿਕਾਰ ਕਰਦਾ, ਤੁਹਾਡਾ ਵੀ ਸਤਿਕਾਰ ਕਰਦਾ। ਐਸਜੀਪੀਸੀ ਦੇ ਕੋਲ ਜਿਹੜੀ ਮਾਇਆ ਆਉਂਦੀ ਗੋਲਕ ਦੇ ਵਿੱਚ, ਉਹ ਸੰਗਤ ਦੇ 1 ਰੁਪਈਆ ਇਕੱਠਾ ਕਰਕੇ ਆਉਂਦੀ ਹੈ। ਉਸ ਰੁਪਈਏ ਦਾ ਇਸਤੇਮਾਲ ਹੋਰ ਵੀ ਕਿਸੇ ਥਾਂ ਤੇ ਹੋਵੇ ਸਵਾਏ ਗੁਰਦੁਆਰਿਆਂ ਦੀ, ਤੁਹਾਨੂੰ ਲੱਗਦਾ ਕਿ ਚੋਣਾਂ ਦੇ ਉੱਪਰ ਇਸਤੇਮਾਲ ਹੋ ਰਿਹਾ ਐਸਜੀਪੀਸੀ ਦੇ ਪੈਸੇ ਦਾ? ਤੁਹਾਨੂੰ ਸਭ ਨੂੰ ਦਿਖ ਰਿਹਾ ਜੀ, ਜਦੋਂ ਧਾਮੀ ਸਾਹਿਬ ਆ ਰਹੇ ਨੇ ਕਿਸ ਤਰ੍ਹਾਂ ਇਸਤੇਮਾਲ ਲਈ ਹੋਊਗਾ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਇਹ ਗੱਲ ਗੌਰਵ ਜੀ ਪਹਿਲਾਂ ਉਹ ਕਹਿੰਦੇ ਕਿ ਇਹ ਤਾਂ ਕੋਈ ਨਵੀਂ ਗੱਲ ਹੈ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰੀਕੇ ਨਾਲ ਚੋਣ ਪ੍ਰਚਾਰ ਕਰਦੇ ਰਹੇ ਨੇ ਐਸਜੀਪੀਸੀ ਦੇ ਪ੍ਰਧਾਨ, ਅੱਜ ਤੁਸੀਂ ਚੁੱਕ ਰਹੇ ਹੋ ਸਵਾਲ। ਪਹਿਲਾਂ ਕਰਦੇ ਰਹੇ, ਇਸ ਗੱਲ ਨੂੰ ਆਪਾਂ ਠੀਕ ਕਰਾਂਗੇ, ਆਪਾਂ ਨੂੰ ਠੀਕ ਤੇ ਕਰਨਾ ਪਏਗਾ ਨਾ, ਜਿਹੜੀ ਗਲਤੀ ਚੱਲਦੀ ਆਂਦੀ ਉਹਨੂੰ ਠੀਕ ਕਰੀਏ। ਜਦੋਂ ਆਪਾਂ ਨੂੰ ਗਲਤੀ ਲੱਭ ਜਾਏ, ਜਦੋਂ ਆਪਾਂ ਨੂੰ ਬਿਮਾਰੀ ਲੱਭ ਜਾਏ, ਉਦੋਂ ਠੀਕ ਕਰਨੀ ਚਾਹੀਦੀ ਹੈ। ਜੇ ਇਹਨੂੰ ਠੀਕ ਕਰ ਲਵਾਂਗੇ ਤੇ ਵਧੀਆ ਰਹੂਗਾ, ਨਹੀਂ ਤੇ ਇਹਦੇ ਵਿੱਚ ਅੱਜ ਇੱਕ ਗੌਰਵ ਜੀ, ਅੱਜ ਇੱਕ ਸੰਸਥਾ ਹੈ, ਕੱਲ ਨੂੰ ਦੂਜੀ, ਤੀਜੀ, ਚੌਥੀ, ਪੰਜਵੀਂ, ਫਿਰ ਇਹਦੇ ਧਾਰਮਿਕ ਸੰਸਥਾਵਾਂ ਤੇ ਜਿਹੜੀਆਂ ਰਾਜਨੀਤਿਕ ਸੰਸਥਾਵਾਂ ਇਕੱਠੇ ਹੋ ਕੇ ਇਲੈਕਸ਼ਨ ਹੋਣਗੇ ਤੇ ਖਿਚੜੀ ਬਣ ਜੂਗੀ। ਦੇਖੋ ਪਿਰਤ ਗਲਤ ਆ, ਮੰਨਣ ਇਹ ਮੰਨਣ, ਨਹੀਂ ਮੰਨਣ ਨਾ ਮੰਨਣ, ਆਪਾਂ ਦਰਸ਼ਕ ਵੇਖ ਰਹੇ ਨੇ, ਦਰਸ਼ਕਾਂ ਨੇ ਛੁੱਟੋ, ਦਰਸ਼ਕ ਦੱਸਣਗੇ ਜੀ। ਠੀਕ ਹੈ ਸੋਢੀ ਸਾਹਿਬ, ਥੋੜਾ ਜਿਹਾ ਇੰਤਜ਼ਾਰ ਕਰੋ, ਮੈਂ ਕੰਗ ਜੀ ਦਾ ਇੱਕ ਰਿਐਕਸ਼ਨ ਲੈ ਲਾਂ। ਕੰਗ ਜੀ, ਪੁਆਇੰਟ ਇਹੀ ਹੈ ਕਿ ਤਾਂ ਪਹਿਲਾਂ ਵੀ ਪ੍ਰਚਾਰ ਹੁੰਦਾ ਰਿਹਾ ਹੈ, ਤਾਂ ਹੁਣ ਅਜਿਹਾ ਕੀ ਹੋ ਗਿਆ ਕਿ ਤੁਹਾਨੂੰ ਇੰਨਾ ਇਤਰਾਜ਼ ਹੋ ਗਿਆ, ਸੀਐਮ ਸਾਹਿਬ ਨੂੰ ਟਵੀਟ ਕਰਨਾ ਪੈ ਗਿਆ? ਨਹੀਂ, ਉਹੀ ਗੱਲ ਗੌਰਵ ਜੀ, ਮੈਂ ਇਹੀ ਗੱਲ ਕਹੀ ਸੀ ਵੀ ਇੱਕ ਗਲਤ ਪ੍ਰੈਕਟਿਸ ਅਗਰ ਚੱਲ ਰਹੀ ਆ ਤੇ ਉਹਨੂੰ ਇਸ ਤਰ੍ਹਾਂ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਜੀ ਪਿਛਲੇ ਸਾਲਾਂ 'ਚ ਹੋ ਰਿਹਾ। ਇਸ ਕਰਕੇ ਅੱਜ ਇਸ ਗੱਲ ਨੂੰ ਪੀਰ ਮੁਹੰਮਦ ਜੀ ਵੀ ਮੰਨਦੇ ਹੋਣਗੇ, ਸਾਰੇ ਸਿੱਖ ਮੰਨਦੇ ਆ, ਜਿਹੜੇ ਸੁਹਰਦ ਹੈ, ਚਾਹੇ ਅਕਾਲੀ ਦਲ 'ਚ ਹੈ, ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਦੀ ਕ੍ਰੈਡੀਬਿਲਿਟੀ 'ਚ ਗਿਰਾਵਟ ਆਈ ਆ ਬਿਕੋਜ਼ ਆਫ ਰਾਜਨੀਤਿਕ ਇੰਟਰਫੇਰੈਂਸ ਕਰਕੇ। ਜਦੋਂ ਚਾਹੇ ਉਹ ਜਥੇਦਾਰ ਸਾਹਿਬਾਨਾਂ ਨੂੰ ਸੀਐਮ ਦੀ ਕੋਠੀ ਸੱਦਣਾ ਹੋਵੇ
ਚਾਹੇ ਐਸਜੀਪੀਸੀ ਦੇ ਪ੍ਰਧਾਨਾਂ ਨੂੰ ਜਿਸ ਤਰੀਕੇ ਨਾਲ ਔਰ ਜਿਸ ਤਰੀਕੇ ਨਾਲ ਮਸ਼ੀਨਰੀ ਨੂੰ ਵਰਤਿਆ, ਤਾਂ ਸੁਭਾਵਿਕ ਤੌਰ ਤੇ ਜੇ ਕੋਈ ਗਲਤ ਪ੍ਰੈਕਟਿਸ ਚੱਲ ਰਹੀ ਹੈ ਤੇ ਇਹਦਾ ਮਤਲਬ ਉਹਨੂੰ ਆਪਾਂ ਅੱਗੇ ਵੀ ਚਲਾਈਏ, ਇਹ ਠੀਕ ਨਹੀਂ ਹੈ। ਇਸੇ ਕਰਕੇ ਅਸੀਂ ਕਿਹਾ ਇਹਨੂੰ ਸੁਧਾਰਨ ਦੀ ਲੋੜ ਹੈ ਔਰ ਐਸਜੀਪੀਸੀ ਨੂੰ ਜਿਹੜਾ ਉਹਦਾ ਕੰਮ ਹੈ ਉਹੀ ਕਰਨਾ ਚਾਹੀਦਾ ਹੈ। ਸੋਢੀ ਸਾਹਿਬ, ਕੀ ਤੁਹਾਨੂੰ ਲੱਗਦਾ ਕਿ ਤੁਸੀਂ ਜੋ ਜ਼ਿਕਰ ਵੀ ਕੀਤਾ ਸੀ, ਹੁਣ ਮੈਂ ਥੋੜਾ ਜਿਹਾ ਹੋਰ ਪ੍ਰੈਕਟੀਕਲ ਗੱਲ ਕਰਾਂ, ਲੋਕ ਇਹ ਵੀ ਬੈਠ ਕੇ ਸੋਚ ਰਹੇ ਹੋਣੇ ਜੋ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਨੇ, ਆਵਾਜ਼ ਗਈ ਗੌਰਵ ਜੀ, ਆਵਾਜ਼ ਆ ਰਹੀ? 10 ਦਿਨ ਦੇ ਨਾਲ ਜੇਕਰ ਉਹ ਪ੍ਰਚਾਰ ਕਰਨ ਆ ਗਏ ਤਾਂ ਕੀ ਆਪਣੇ ਬਿਲਕੁਲ ਜੋ ਫੋਕਸ ਹੈ ਉਸ ਤੋਂ ਡੀਫੋਕਸ ਹੋ ਜਾਣਗੇ? ਯਾਨੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਧਾਰਮਿਕ ਪ੍ਰਚਾਰ ਕਰਨਾ ਜਾਂ ਹੋਰ ਜਿਹੜੇ ਐਸਜੀਪੀਸੀ ਦੇ ਕੰਮ ਨੇ, ਕਿ ਜੇ 5-7-10 ਦਿਨ ਦੇ ਲਈ ਪ੍ਰਚਾਰ ਕਰਨ ਆ ਗਏ ਇਲੈਕਸ਼ਨ ਦੇ ਵਿੱਚ ਧਾਮੀ ਜੀ ਜਾਂ ਐਸਜੀਪੀਸੀ ਦੇ ਪ੍ਰਧਾਨ, ਤਾਂ ਜਿਹੜੇ ਉਹ ਬਿਲਕੁਲ ਸਾਰੇ ਕੰਮ ਚੱਲ ਰਹੇ ਨੇ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਣਗੇ। ਸੋਢੀ ਸਾਹਿਬ, ਦੇਖੋ ਗੌਰਵ ਜੀ, ਜਿੱਥੋਂ ਤੱਕ ਗੱਲ ਮਾਨਯੋਗ ਧਾਮੀ ਸਾਹਿਬ ਜੀ ਦੇ ਪ੍ਰਚਾਰ ਕਰਨ ਦੀ ਗੱਲ ਚੱਲ ਰਹੀ ਹੈ ਜੀ, ਮੇਰਾ ਇਹ ਚ ਮੰਨਣਾ ਹੈ ਕਿ ਕਈ ਵਾਰੀ ਇੱਕ ਸਵਾਲ ਉੱਠਦਾ ਹੁੰਦਾ ਹੈ ਕਿ ਉਹਦੇ ਚ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਅਕਾਲੀ ਦਲ ਦਾ ਕਬਜ਼ਾ ਹੈ। ਲੇਕਿਨ ਅਕਾਲੀ ਦਲ ਫਿਰ ਬਿਆਨ ਦਿੰਦਾ, ਨਹੀਂ ਜੀ ਇਹ ਤਾਂ ਸਾਡੀ ਨਿਰੋਲ ਧਾਰਮਿਕ ਸੰਸਥਾ ਹੈ, ਸਾਡਾ ਇਹਦੇ ਉੱਤੇ ਕੋਈ ਕਬਜ਼ਾ ਨਹੀਂ। ਲੇਕਿਨ ਜਦੋਂ ਕੋਈ ਪ੍ਰਧਾਨ ਕਿਸੇ ਸਰਮੌਰ ਸੰਸਥਾ ਦਾ ਕਿਸੇ ਪਾਰਟੀ ਲਈ ਇੱਕ ਬਿਆਨ ਵੀ ਦਿੰਦਾ ਹੈ, ਤੁਸੀਂ ਤਾਂ 5-4 ਦਿਨਾਂ ਦੀ ਗੱਲ ਕੀਤੀ ਹੈ, ਤੇ ਜੇ ਕੋਈ ਇੱਕੋ ਰਾਜਸੀ ਬਿਆਨ ਵੀ ਦਿੰਦਾ ਹੈ ਤੇ ਉਹਦੇ ਵਿੱਚ ਮੈਂ ਸਮਝਦਾ ਹਾਂ ਕਿ ਉਸ ਸਮੇਂ ਤਾਂ ਫਿਰ ਗੱਲ ਕਲੀਅਰ ਹੀ ਹੋ ਜਾਂਦੀ ਹੈ ਕਿ ਬਿਲਕੁਲ ਅਕਾਲੀ ਦਲ ਦਾ ਕਬਜ਼ਾ ਹੈ। ਨਹੀਂ, ਤੁਹਾਨੂੰ ਸਿਆਸੀ ਦਖਲਅੰਦਾਜ਼ੀ ਨਜ਼ਰ ਆ ਰਹੀ ਹੈ ਕਿ ਜੇ ਐਸਜੀਪੀਸੀ ਦੇ ਪ੍ਰਧਾਨ ਪ੍ਰਚਾਰ ਕਰਦੇ ਨੇ ਤਾਂ ਇਹ ਸਿਆਸੀ ਦਖਲਅੰਦਾਜ਼ੀ ਹੈ ਸ਼੍ਰੋਮਣੀ ਕਮੇਟੀ? ਬਿਲਕੁਲ ਅਸੀਂ ਅੱਜ ਵੀ ਕਹਿੰਦੇ ਆ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚ ਜਿਹੜੇ ਆਪਣੇ ਬਹੁਤ ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ, ਅਸੀਂ ਖੁਦ ਆਪ ਹਾਂ, ਲੇਕਿਨ ਮੇਰਾ ਕਹਿਣਾ ਇਹ ਹੈ ਕਿ ਜਦੋਂ ਇੱਕ ਸਰਮੌਰ ਸੰਸਥਾ ਦਾ ਪ੍ਰਧਾਨ ਜਦੋਂ ਕਿਸੇ ਰਾਜਸੀ ਪਾਰਟੀ ਦੀ ਪ੍ਰਚਾਰ ਕਰੂਗਾ ਤੇ ਫਿਰ ਉਹਦੇ ਉੱਤੇ ਉਂਗਲ ਤਾਂ ਉੱਠਣੀ ਹੈ। ਤਾਂ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਜਿਸ ਮਕਸਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ, ਉਹ ਮਕਸਦ ਤੋਂ ਜੇ ਅਸੀਂ ਪਾਸੇ ਹੋਵਾਂਗੇ ਤੇ ਸਿਆਸੀ ਉਹਨੂੰ ਪੱਧਰ ਦੇ ਉੱਤੇ ਅਸੀਂ ਲੈ ਕੇ ਜਾ ਕੇ ਲੋਕਾਂ 'ਚ ਪ੍ਰਚਾਰ ਕਰਾਂਗੇ ਤੇ ਵਾਕਈ ਸੁਭਾਵਿਕ ਹੈ ਕਿ ਜਿਹੜੇ ਦੂਜੇ ਸਿੱਖ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਦੀ ਜਿਹੜੀ ਹੈਗੀ ਹੈ ਸ਼ੰਕਾ ਤਾਂ ਜਾਂਦੀ ਹੈ ਨਾ ਕਿ ਇਹ ਸਿੱਖ ਕੌਮ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਕੱਲੇ ਅਕਾਲੀ ਦਲ ਦੀ ਨਹੀਂ ਹੈ, ਇਹ ਸਾਰਿਆਂ ਦੀ ਸਾਂਝੀ ਹੈ। ਜਿਹੜਾ ਵੀ ਬੰਦਾ, ਜਿਹੜਾ ਸਿੱਖ ਧਰਮ ਨੂੰ ਮੰਨਣ ਵਾਲਾ ਵਿਅਕਤੀ ਹੈ, ਸੋ ਅਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਆਸ ਰੱਖਦੇ ਹਾਂ ਕਿ ਅੱਜ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਹਾਲਾਤ ਨੇ, ਜੇ ਅੱਜ ਦਾ ਨੌਜਵਾਨ ਕਰਾਹੇ ਪਿਆ ਹੈ, ਮੈਂ ਸਮਝਦਾ ਕਿ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡਾ ਰੋਲ ਅਦਾ ਕਰ ਸਕਦੀ ਹੈ। ਠੀਕ ਹੈ, ਚਲੋ ਮੈਂ ਰਿਐਕਸ਼ਨ ਲੈ ਲਵਾਂ, ਮੈਂ ਇੱਕ ਰਿਐਕਸ਼ਨ ਲੈ ਲਵਾਂ। ਪੀਰ ਮੁਹੰਮਦ ਜੀ, ਮੇਰਾ ਸਵਾਲ ਹੈ, ਮੈਂ ਐਡ ਕਰ ਦਿੰਦਾ ਇਸ ਚੀਜ਼ ਨੂੰ ਕਿਉਂਕਿ ਸਿਆਸੀ ਦਖਲਅੰਦਾਜ਼ੀ ਔਰ ਇੱਕ ਐਸਜੀਪੀਸੀ ਦੇ ਪੈਸੇ ਦੀ ਦੁਰਵਰਤੋਂ ਦੇ ਇਲਜ਼ਾਮ, ਮੈਂ ਇਸ ਸਭ ਦੇ ਵਿਚਾਲੇ ਇੱਕ ਹੋਰ ਚੀਜ਼ ਐਡ ਕਰ ਦਵਾਂ। ਜਦੋਂ ਪ੍ਰਧਾਨ ਦੀ ਚੋਣ ਹੋਈ ਉਸ ਸਮੇਂ ਇਕਬਾਲ ਸਿੰਘ ਲਾਲਪੁਰਾ ਦੇ ਫੋਨਸ ਨੂੰ ਲੈ ਕੇ ਕਿ ਉਹਨਾਂ ਦੇ ਫੋਨ ਆਏ, ਸਿਆਸੀ ਦਖਲਅੰਦਾਜ਼ੀ ਹੋਈ, ਤਾਂ ਉਹ ਕਿਵੇਂ ਡਿਫਰੈਂਟ ਹੋ ਗਈ? ਫਿਰ ਲੋਕ ਇਹ ਸਮਝਣਾ ਚਾਹੁੰਦੇ ਨੇ ਕਿ ਜਦੋਂ ਬੀਬੀ ਜਗੀਰ ਕੌਰ ਦੇ ਲਈ ਤੁਸੀਂ ਇਲਜ਼ਾਮ ਲਗਾ ਰਹੇ ਸੀ ਕਿ ਲੌਬਿੰਗ ਕੀਤੀ ਜਾ ਰਹੀ ਹੈ ਜਾਂ ਫੋਨ ਕੀਤੇ ਜਾ ਰਹੇ ਨੇ ਐਸਜੀਪੀਸੀ ਦੇ ਮੈਂਬਰਾਂ ਨੂੰ, ਇਕਬਾਲ ਸਿੰਘ ਲਾਲਪੁਰਾ ਨੂੰ, ਉਹ ਸਿਆਸੀ ਦਖਲਅੰਦਾਜ਼ੀ ਸੀ, ਤਾਂ ਜੇਕਰ ਹੁਣ ਪ੍ਰਧਾਨ ਜੀ ਆ ਕੇ ਇੱਕ ਪਾਰਟੀ ਦੇ ਲਈ ਵੋਟਾਂ ਮੰਗਦੇ ਨੇ ਤਾਂ ਉਹ ਸਿਆਸੀ ਦਖਲਅੰਦਾਜ਼ੀ ਕਿਵੇਂ ਨਹੀਂ ਹੋਈ? ਦੇਖੋ ਗੌਰਵ ਜੀ, ਮੈਂ ਤੁਹਾਨੂੰ ਸੰਧੂ ਸਾਹਿਬ ਨੇ ਨਾ ਗੱਲ ਕਰਦਾ ਫਿਰ ਉਹਨੂੰ ਇਹ ਚੁੱਪ ਹੋ ਗਏ ਉਸ ਗੱਲ ਨੂੰ, ਇਹਨਾਂ ਨੇ ਉਹ ਗੱਲ ਛੇੜੀ ਏ, ਉਹਦੇ ਵਿੱਚੋਂ ਜਵਾਬ ਮਿਲ ਜਾਣਾ। ਦਰਸ਼ਕ ਵੀ ਇਹ ਗੱਲ ਨੂੰ ਸਮਝਣਗੇ ਜੀ, ਤੁਸੀਂ ਵੀ ਸਮਝੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਟਿਕਟਾਂ ਦਿੰਦਾ ਔਰ ਆਪਣੇ ਉਮੀਦਵਾਰ ਜਿਹੜੇ ਆ ਉਹ ਖੜੇ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ, ਔਰ ਉਹ ਉਮੀਦਵਾਰਾਂ ਦੇ ਲਈ ਪ੍ਰਚਾਰ ਕਰਦਾ। ਦੂਸਰੇ ਪਾਸੇ ਇਹ ਕੀ ਕਰਦੇ ਆ, ਇਹ ਉਂਝ ਤਾਂ ਕਹਿੰਦੇ ਆ ਕਿ ਅਸੀਂ ਧਰਮ ਨਿਰਪੱਖ ਹਾਂ, ਪਰ ਇਹ ਕੋਈ ਪੰਥਕ ਮੋਰਚਾ ਬਣਾ ਲੈਂਦੇ ਆ। ਕੋਈ ਕਾਂਗਰਸ ਦੀ ਮੈਂ ਗੱਲ ਕਰਦਾ, ਹੁਣ ਆਮ ਆਦਮੀ ਪਾਰਟੀ, ਇਹਨਾਂ ਦੀਆਂ ਵੀ ਤਿਆਰੀਆਂ ਇਹੋ ਜਿਹੀਆਂ ਹੁੰਦੀਆਂ ਨੇ, ਬੀਜੇਪੀ ਹੈ ਉਹ ਆਪਣੇ ਪੱਧਰ ਤੇ, ਇਹ ਕੀ ਕਰਦੇ ਨੇ, ਫਿਰ ਇਹ ਚੋਣ ਲੜਦੇ ਨੇ ਪੂਰਾ ਡਟ ਕੇ, ਸਾਡੇ ਵਿਰੋਧ ਦੇ ਵਿੱਚ ਚੋਣਾਂ ਲੜਦੇ ਨੇ, ਤੇ ਜਦੋਂ ਇਹ ਚੋਣਾਂ ਲੜਦੇ ਆ ਤੇ ਉਹ ਜਿਹੜੇ ਇਹਨਾਂ ਦੇ ਪੰਥਕ ਮੋਰਚੇ ਬਣੇ ਹੁੰਦੇ ਆ ਉਹ ਢਹਿ ਢੇਰੀ ਹੋ ਜਾਂਦੇ ਆ, ਉਦੋਂ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਕੀਤੇ ਉਮੀਦਵਾਰ ਉਹ ਜਿੱਤਦੇ ਨੇ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬਣ ਜਾਂਦੀ, ਪ੍ਰਧਾਨ ਬਣ ਜਾਂਦੇ ਆ। ਅਸੀਂ ਕਦੇ ਵੀ ਉਸ ਮਸਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਕਦੇ ਵੀ ਕੋਈ ਵਿਤਕਰਾ ਨਹੀਂ ਕੀਤਾ। ਉੱਥੇ ਮੁੱਖ ਮੰਤਰੀ ਸਾਹਿਬ ਜਾਂਦੇ ਆ, ਉਹ ਜਿਹੜਾ ਵੀ ਮੁੱਖ ਮੰਤਰੀ ਹੋਣ, ਭਗਵੰਤ ਮਾਨ ਜੀ ਗਏ, ਉਹਨਾਂ ਨੂੰ ਵੀ ਸਤਿਕਾਰ ਮਿਲਿਆ। ਜੇ ਉੱਥੇ ਬੀਜੇਪੀ ਵੱਲੋਂ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਉਹ ਜਾਂਦੇ ਨੇ, ਇਸ ਤਰ੍ਹਾਂ ਤਾਂ ਫਿਰ ਇਹ ਵੀ ਇੱਕ ਗੱਲ ਹੋਵੇਗੀ ਕਿ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਉਹ ਆਪਣੇ ਜਿਹੜਾ ਇਸ ਵਕਤ ਬੀਜੇਪੀ ਦੇ ਅਹੁਦੇਦਾਰ ਨੇ, ਉਹ ਕੇਂਦਰ ਸਰਕਾਰ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਉਹਨਾਂ ਦੀ
ਉਹ ਸਾਰਾ ਕੁਝ ਕੇਂਦਰ ਸਰਕਾਰ ਦੇ ਹੀ ਨੁਮਾਇੰਦੇ ਨੇ, ਜਿਹੜੇ ਦੂਸਰੇ ਪਾਸੇ ਪਾਰਟੀ ਦੇ ਨੁਮਾਇੰਦੇ ਨੇ। ਇਸ ਕਰਕੇ ਸਾਡੀ ਸ਼ੁਰੂਆਤ ਤੋਂ ਲੈ ਕੇ ਅਸੀਂ ਆਪਣੇ ਖੂਨ ਦੇ ਨਾਲ ਇਹ ਸਿੰਜ ਕੇ ਜਿਹੜੀ ਮੈਂ ਥੋੜਾ ਜਿਹਾ ਹੋਰ ਐਡ ਕਰ ਦੂੰਗਾ, ਮੈਂ ਉਸ ਤੋਂ ਬਾਅਦ ਕੰਗ ਜੀ ਔਰ ਸੰਧੂ ਸਾਹਿਬ ਦਾ ਰੁਕ ਕਰਦਾ। ਨਹੀਂ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਸਰ, ਜੋ ਕੰਗ ਜੀ ਕਹਿ ਰਹੇ ਨੇ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਤੁਸੀਂ ਉਮੀਦਵਾਰ ਐਲਾਨੇ, ਕੋਈ ਦਿੱਕਤ ਨਹੀਂ, ਤੁਸੀਂ ਟਿਕਟ ਦਿੱਤੀ, ਠੀਕ ਹੈ, ਪਰ ਹੋਂਦ ਦੇ ਵਿੱਚ ਕਿਉਂ ਆਈ ਐਸਜੀਪੀਸੀ? ਕਿ ਧਾਰਮਿਕ ਕੰਮਾਂ ਦੇ ਲਈ? ਕਿ ਜੇਕਰ ਪੋਲੀਟੀਕਲ ਤੌਰ ਦੇ ਉੱਤੇ ਹੀ ਕੰਮ ਕਰਨੇ ਸੀ ਫਿਰ ਤਾਂ ਆਲਰੇਡੀ ਸੀ, ਤਾਂ ਫਿਰ ਉਸ ਨੂੰ ਦੇਖ ਕੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜੇਕਰ ਟਿਕਟ ਦਿੱਤੀ ਤਾਂ ਕੰਮ ਕਰਨ ਨੂੰ ਦਿੱਤੀ, ਕਿ ਤੁਸੀਂ ਧਾਰਮਿਕ ਜਿਹੜੀਆਂ ਜ਼ਿੰਮੇਵਾਰੀਆਂ ਉਹ ਨਿਭਾਉਣੀਆਂ? ਗੌਰਵ ਜੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਕੰਮ ਕਰਦੀ, ਉਹਦੇ ਚ ਇਹਨਾਂ ਦਾ ਦੱਸੋ ਕੀ ਸਹਿਯੋਗ ਹੈ? ਇਹ ਤਾਂ ਉਹਦੇ ਵਿੱਚ ਸਗੋਂ ਦਖਲਅੰਦਾਜ਼ੀ ਕਰਦੇ ਆ, ਹਰ ਗੱਲ ਦੇ ਵਿੱਚ ਦਖਲਅੰਦਾਜ਼ੀ ਕਰਦੇ ਆ। ਤੁਸੀਂ ਇਹ ਦੇਖੋ ਕਿ ਇਹਨਾਂ ਨੇ ਪਿਛਲੇ ਦਿਨੀ ਕੀ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਜੇ ਇੰਨਾ ਹੀ ਸਤਿਕਾਰ ਕਰਦੇ ਹੋਣ ਤਾਂ ਇਹਨਾਂ ਨੇ ਗੁਰਦੁਆਰੇ ਸਾਹਿਬ ਦੇ ਬਾਹਰ ਜਿਸ ਤਰੀਕੇ ਨਾਲ ਪੁਲਿਸ ਲਗਾ ਛੱਡੀ, ਜਿਸ ਤਰੀਕੇ ਨਾਲ ਇਹਨਾਂ ਨੇ ਲੋਕਾਂ ਨੂੰ ਡਰਾਇਆ ਧਮਕਾਇਆ, ਜਿਹੜੇ ਸਾਡੇ ਵੱਡੇ ਜਿਹੜੇ ਆਪਣੇ ਇਤਿਹਾਸਕ ਦਿਹਾੜੇ ਬਹੁਤ ਸਾਰੀਆਂ ਚੀਜ਼ਾਂ ਮਿਕਸ ਕਰ ਰਹੇ ਹੋ, ਬਹੁਤ ਸਾਰੀਆਂ ਚੀਜ਼ਾਂ ਮਿਕਸ ਕਰ ਰਹੇ ਹੋ। ਇਸ ਦਾ ਮਤਲਬ ਕੀ ਹੈ ਕਿ ਜੇਕਰ ਤਲਵੰਡੀ ਸਾਬੋ ਚ ਪੁਲਿਸ ਲੱਗੀ ਸੀ ਤਾਂ ਫਿਰ ਐਸਜੀਪੀਸੀ ਦੇ ਪ੍ਰਧਾਨ ਪ੍ਰਚਾਰ ਕਰਨਗੇ, ਤੁਸੀਂ ਜਸਟੀਫਾਈ ਇਸ ਤਰੀਕੇ ਨਾਲ ਕਰ ਰਹੇ ਹੋ? मतलब डिफरेंट चीज है ना, ਤੁਸੀਂ ਉਸ ਨੂੰ ਬਿਲਕੁਲ ਅਲੱਗ ਰੱਖੋਗੇ, ਉਸ ਨੂੰ ਬਿਲਕੁਲ ਅਲੱਗ ਰੱਖੋਗੇ। ਮੈਂ ਗੱਲ ਕਹਿਣਾ, ਮੇਰੀ ਗੱਲ ਸੁਣੋ, ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜੇ ਇਹ ਸਤਿਕਾਰ ਕਰਦੇ ਨੇ ਦਿਲੋਂ, ਇਹ ਕਹਿੰਦੇ ਨੇ ਕਿ ਨਰੋਲ ਉਹ ਧਾਰਮਿਕ ਸੰਸਥਾ, ਤਾਂ ਉਸ ਦੇ ਧਾਰਮਿਕ ਕੰਮਾਂ ਲਈ ਇਹਨਾਂ ਦਾ ਕੀ ਸਹਿਯੋਗ ਹੈ ਦੱਸਣ? ਕੋਈ ਇਹਨਾਂ ਨੇ ਸਹਿਯੋਗ ਕਦੀ ਕੀਤਾ? ਸੰਧੂ ਸਾਹਿਬ ਥੋੜੀ ਵੇਟ ਕਰਿਓ। ਕ੍ਰਿਟਿਸਾਈਜ਼ ਹੀ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਇੱਕ ਕੰਮ ਬਾਰੇ ਦੱਸ ਦੇਣ ਜਿੱਥੇ ਇਹਨਾਂ ਨੇ ਐਪਰੀਸ਼ੀਏਟ ਕੀਤਾ ਹੋਵੇ। ਠੀਕ ਆ, ਆਪਾਂ ਰੁਕ ਕਰਦੇ ਹਾਂ। ਕੰਗ ਜੀ, ਬਹੁਤ ਛੋਟਾ ਜਿਹਾ ਰਿਐਕਸ਼ਨ ਸਰ, ਕਿ ਜੇ ਤੁਹਾਨੂੰ ਬਹੁਤ ਸਤਿਕਾਰ ਹੈ, ਤੁਸੀਂ ਧਾਮੀ ਸਾਹਿਬ ਦਾ ਵੀ ਖਾਸ ਤੌਰ ਤੇ ਜ਼ਿਕਰ ਕੀਤਾ, ਉਹ ਕਹਿੰਦੇ ਜੇ ਤੁਹਾਨੂੰ ਐਸਜੀਪੀਸੀ ਦਾ ਬਹੁਤ ਸਤਿਕਾਰ ਹੈ, ਦੱਸੋ ਤੁਸੀਂ ਕਿੱਥੇ ਆ ਕੇ ਸਹਿਯੋਗ ਕਰ ਦਿੱਤਾ? ਅੱਜ ਪ੍ਰਧਾਨ ਇੱਕ ਥਾਂ ਦੇ ਉੱਤੇ ਪ੍ਰਚਾਰ ਕਰਦੇ ਨਜ਼ਰ ਆ ਗਏ, ਤੁਸੀਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਪਹਿਲੀ ਗੱਲ ਕਿ ਆਮ ਆਦਮੀ ਪਾਰਟੀ ਤੇ ਐਸਜੀਪੀਸੀ ਦਾ ਇਲੈਕਸ਼ਨ ਲੜਦੀ ਨਹੀਂ ਹੈ, ਔਰ ਆਮ ਆਦਮੀ ਪਾਰਟੀ ਦੇ ਹਜ਼ਾਰਾਂ ਵੋਟਰ ਹੈ ਜਿਹੜੇ ਐਸਜੀਪੀਸੀ 'ਚ VOTING ਕਰਦੇ ਆ। ਇਹਦਾ ਮਤਲਬ ਵੋਟਰ ਤੇ ਅਸੀਂ ਹੈਗੇ ਆ, ਇੱਕ ਗੱਲ। ਦੂਜੀ ਗੱਲ, ਜਾਂ ਤੇ ਉੱਥੇ ਲਿਖ ਕੇ ਦੇ ਦੇਣ ਵੀ ਇਹ ਸਿਰਫ ਅਕਾਲੀ ਦਲ ਦੀ ਹੀ ਕਮੇਟੀ ਆ ਔਰ ਅਕਾਲੀ ਦਲ ਦੇ ਬੰਦੇ ਹੀ ਇੱਥੇ ਡੀਲ ਕਰਨ। ਦੇਖੋ ਆ ਜਿਹੜਾ ਸਵਾਲ ਖੜਾ ਕੀਤਾ ਨਾ ਪੀਰ ਮੁਹੰਮਦ ਜੀ ਨੇ, ਇਹ ਬਹੁਤ ਗੈਰ ਜ਼ਿੰਮੇਵਾਰਾਂ ਨਾਲ ਕਿ ਤੁਸੀਂ ਦੱਸੋ ਕੀ ਕੀਤਾ। ਮੈਂ ਨਹੀਂ ਦੱਸਣਾ ਚਾਹੁੰਦਾ, ਮੈਂ ਆਪਣੇ ਧਰਮ ਵਾਸਤੇ ਜੋ ਮੇਰਾ ਬਣਦਾ ਸਰਦਾ, ਜਿੰਨੀ ਮੇਰੀ ਔਕਾਤ ਹੈ ਮੈਂ ਕਰ ਸਕਦਾ। ਮੈਂ ਉਹਨੂੰ ਟੀਵੀ ਤੇ ਨਹੀਂ ਦੱਸਣਾ ਚਾਹੁੰਦਾ, ਤਾਂ ਨਾ ਮੇਰੀ ਆਦਤ ਹੈ। ਜਿੰਨੇ ਜੋਗੇ ਹੈਗੇ ਆ ਕਰੀਦਾ, ਜਿੱਥੇ ਕਰ ਸਕਦੇ ਆ, ਜਿੰਨੀ ਔਕਾਤ ਹੈ। ਸਰਕਾਰੀ ਪੱਧਰ ਤੇ ਪੁੱਛ ਰਹੇ ਨੇ ਸਰ ਕਿ ਬਤੌਰ ਗਵਰਨਮੈਂਟ ਤੁਸੀਂ ਕੀ ਕੀਤਾ? ਇੱਕ ਗੱਲ, ਮੈਂ ਇਕੱਲਿਆਂ ਦੀ ਗੱਲ ਨਹੀਂ ਕਰਦਾ, ਇੱਕ ਗੱਲ ਨਹੀਂ, ਇੰਡੀਵਿਜੂਅਲ ਤੌਰ ਤੇ ਸਰਕਾਰ ਦੇ ਤੌਰ ਦੇ ਉੱਤੇ ਪੁੱਛ ਰਹੇ ਨੇ। ਦੂਜੀ ਗੱਲ ਸੁਣ ਲਓ, ਦੂਜੀ ਗੱਲ ਸਰਕਾਰ ਨੇ ਤਾਂ ਸਭ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਜੀ ਨੇ ਆਫਰ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ ਚੈਨਲ ਬਣਾਵੇ। ਪੰਜਾਬ ਸਰਕਾਰ ਵੀ ਉਹਨੂੰ ਮਦਦ ਦੇਣ ਦੀ ਲਿਆ ਰਿਹਾ ਤਾਂ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਸਾਰੀ ਦੁਨੀਆ 'ਚ ਹੋ ਸਕੇ, ਕਿਸੇ ਇੱਕ ਦਾ ਠੱਪਾ ਨਾ ਲੱਗੇ। ਹੋਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਪੰਜਾਬ ਸਰਕਾਰ ਤੋਂ ਚਾਹੀਦਾ ਸੀ, ਮਨਾ ਨਹੀਂ ਕੀਤਾ। ਤੀਜੀ ਗੱਲ, ਜਿਹੜਾ ਸਿਕਿਉਰਿਟੀ ਨੂੰ ਲੈ ਕੇ ਮੈਨੂੰ ਲੱਗਦਾ ਪੀਰ ਮੁਹੰਮਦ ਜੀ ਆਪ ਹੀ ਨਾ ਕਿਤੇ ਗੁੰਮਰਾਹ ਹੋ ਗਏ ਤੇ ਲਾਈਨ ਤੋਂ ਉਤਰ ਗਏ। ਸਿਕਿਉਰਿਟੀ ਲਾਉਣਾ ਔਰ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਤੇ ਜ਼ਿੰਮੇਵਾਰੀਆਂ, ਔਰ ਕੋਈ ਖੂਨ ਖਰਾਬਾ ਨਹੀਂ ਪੰਜਾਬ ਸਰਕਾਰ ਨੇ ਹੋਣ ਦਿੱਤਾ। ਆਪਰੇਸ਼ਨ ਵੀ ਚੱਲੇ, ਸਭ ਕੁਝ, ਨਹੀਂ ਤੇ ਇਹੀ ਪੰਜਾਬ ਦਾ ਇਤਿਹਾਸ ਹੈ ਗੌਰਵ ਜੀ। ਜਿੰਨੀ ਵਾਰ ਵੀ ਸਾਡੀ ਸਰਕਾਰ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵੱਡੇ ਆਪਰੇਸ਼ਨ ਹੋਏ ਆ, ਹਜ਼ਾਰਾਂ ਲੋਕ ਖੂਨ ਖਰਾਬਾ ਮਰਦੇ ਰਹੇ ਆ। ਔਰ ਇਸ ਵਾਰ ਜੇ ਪੀਸਫੁਲੀ, ਜੇ ਪੰਜਾਬ ਸਰਕਾਰ ਸਮਝਦੀ ਆ ਕਿਸੇ ਵੀ ਸਮਾਗਮ 'ਚ ਕੋਈ ਗੜਬੜ ਨਾ ਹੋਵੇ, ਕੋਈ ਹਰੇਕ ਲੋਕ ਸ਼ਾਂਤੀ ਨਾਲ ਆ ਸਕਣ, ਜਾ ਸਕਣ, ਤੇ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ। ਕਿਸੇ ਨੂੰ ਰੋਕਿਆ, ਕਿਸੇ ਨੂੰ ਅਨਨੈਸੈਸਰੀ ਰੋਕਿਆ ਗਿਆ ਹੋਵੇ, ਇਹਨੂੰ ਸਮਾਂ ਪੂਰਾ ਮਲਾਈ ਜਾਂਦੇ ਆ। ਕੰਗ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਮਕਾ ਰਿਹਾ। ਜੀ ਕਰ ਦੋ, ਕੰਪਲੀਟ ਕਰ ਦੋ। ਮੈਂ ਮਕਾ ਰਿਹਾ। ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਸਾਰੇ ਜਾਣੇ ਮਿਲ ਕੇ ਪੀਰ ਮੁਹੰਮਦ ਜੀ, ਜਿਹੜੀਆਂ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਿਟੀ 'ਚ ਗਿਰਾਵਟ ਆਈ, ਉਹਨੂੰ ਖਤਮ ਕਰੀਏ ਔਰ ਚੱਕੀਏ। ਅਸੀਂ ਚਾਹੁੰਦੇ ਹਾਂ ਸਾਡੀਆਂ ਸੰਸਥਾਵਾਂ ਵਧਣ, ਅੱਗੇ ਜਾਣ, ਔਰ ਜਿਹੜਾ ਉਹਨਾਂ ਦਾ ਬੇਸਿਕ ਕੰਮ ਹੈ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ, ਉਸ ਤੇ ਫੋਕਸ ਕਰਨ। ਐਜੂਕੇਸ਼ਨ ਇੰਸਟੀਚਿਊਟ ਮੈਂ ਤੁਹਾਡੇ ਕੋਲ ਸਰ ਛੋਟੇ ਜਿਹੇ ਰਿਐਕਸ਼ਨ ਲਈ ਦੁਬਾਰਾ ਵਾਪਸ ਆਉਂਦਾ। ਸੰਧੂ ਸਾਹਿਬ ਕੱਲ ਜਿਹੜੀ ਮਰਿੰਡਾ ਦੇ ਵਿੱਚ ਏਡੀ ਵੱਡੀ ਘਟਨਾ ਵਾਪਰੀ, ਉਹਦੇ ਦੋਸ਼ੀ ਪੀਰ ਮੁਹੰਮਦ ਜੀ ਥੋੜੇ ਵੇਟ ਕਰਿਓ ਸਰ, ਮੈਂ ਤੁਹਾਡੇ ਕੋਲ ਆਉਣਾ। ਤੁਸੀਂ ਰਿਐਕਟ ਕਰਿਓ ਸਾਰਿਆਂ ਦੇ ਉੱਤੇ ਇੱਕ ਵਾਰੀ। ਸੰਧੂ ਸਾਹਿਬ ਉਹ ਬਿਮਾਰ ਸੀ। ਪੀਰ ਮੁਹੰਮਦ ਜੀ ਥੋੜਾ ਜਿਹਾ ਹੋਲਡ ਕਰਿਓ, ਥੋੜਾ ਜਿਹਾ ਪਲੀਜ਼ ਹੋਲਡ ਕਰਿਓ। ਸੰਧੂ ਰਾਜ ਦੇ ਵਿੱਚ ਇੰਨੀਆਂ ਬੇਅਦਬੀਆਂ ਕਿਉਂ ਹੋ ਰਹੀਆਂ ਨੇ? ਸੰਧੂ ਸਾਹਿਬ
ਅੱਜ ਲਗਾਤਾਰ ਬੇਅਦਬੀਆਂ ਰੁਕੀਆਂ ਨੇ, ਤੁਸੀਂ ਰੋਕ ਸਕੇ ਹੋ, ਔਰ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਆ ਇਹੋ ਹੀ ਤਾਂ ਪੁੱਛ ਰਹੇ ਆ। ਤੁਸੀਂ ਜੋ ਸਾਡੇ ਤੇ ਦੋਸ਼ ਲਾਉਂਦੇ ਰਹੇ, ਥੋੜੇ ਵੇਟ ਕਰੋ ਪੀਰ ਮੁਹੰਮਦ ਜੀ, ਥੋੜੇ ਵੇਟ ਕਰੋ, ਆਪਾਂ ਡੀਰੇਲ ਵੀ ਹੋ ਜਾਾਂਗੇ ਮਸਲੇ ਤੋਂ। ਆਪਾਂ ਪੁਆਇੰਟ ਦੇ ਉੱਪਰ ਰਹਿਣਾ, ਆਪਾਂ ਪੁਆਇੰਟ ਤੇ ਰਹਿਣਾ ਤਾਂ ਕਿ ਗੱਲਬਾਤ ਹੋਵੇ, ਲੋਕਾਂ ਨੂੰ ਸਮਝ ਆਵੇ। ਸਮਾਂ ਬਹੁਤ ਘੱਟ ਹੈ, ਖਰਾਬ ਨਾ ਹੋਵੇ। ਸੰਧੂ ਸਾਹਿਬ। ਗੌਰਵ ਜੀ ਦੇਖੋ, ਰਾਜਨੀਤੀ ਦੇ ਵਿੱਚ ਨਾ ਬੜਾ ਖਲਾਅ ਆ ਗਿਆ, ਬਹੁਤ ਮਤਲਬ ਗਿਰਾਵਟ ਆ ਗਈ ਮੈਂ ਦੇਖ ਰਿਹਾ ਰਾਜਨੀਤੀ ਵਿੱਚ। ਜਦੋਂ ਬਾਦਲ ਸਾਹਿਬ ਹੁੰਦੇ ਸੀ, ਪ੍ਰਮਾਤਮਾ ਉਹਨਾਂ ਨੂੰ ਜੰਨਤ ਨਸੀਬ ਕਰੇ, ਉਦੋਂ ਵੇਖੋ ਬੜਾ ਬੈਲੈਂਸ ਕਰਦੇ ਸੀ। ਉਹ ਐਸਜੀਪੀਸੀ ਨੂੰ ਵੀ ਰਹਿੰਦੇ ਵਿੱਚ ਰਹੇ ਤੇ ਅਕਾਲੀ ਦਲ ਦੇ ਵਿੱਚ, ਪਰ ਹੁਣ ਉਹ ਗੱਲ ਨਹੀਂ ਗੀ। ਐਸਜੀਪੀਸੀ ਦੀ ਗੱਲ ਕਰ ਰਹੇ ਜਾਂ ਅਕਾਲੀ ਦਲ ਦੀ ਗੱਲ ਕਰ ਰਹੇ, ਤੇ ਗੱਲ ਆਪਾਂ ਕਿਹਦੀ ਕਰੀਏ? ਬੀਜੇਪੀ ਦੀ ਜੇ ਗੱਲ ਕਰੀਏ ਤੇ 700 ਸਾਡੇ ਉੱਥੇ ਕਿਸਾਨ ਸ਼ਹੀਦ ਹੋ ਗਏ, ਇਹ ਵੀ ਵੋਟਾਂ ਮੰਗਣ ਤੇ ਵੀ ਤੁਰ ਪਏ ਨਾ। ਇਹਨਾਂ ਨੇ ਕੀ ਕਰ ਲਿਆ? ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਤੇ ਇਹਨਾਂ ਨੇ ਕੀ ਨਹੀਂ ਕੀਤਾ। ਲਤੀਫਪੁਰਾ ਇਹਨਾਂ ਨੇ ਜਾਣ ਲਿਆ, ਹਜ਼ਾਰ ਰੁਪਈਆ ਇਹਨਾਂ ਨੇ ਦਿੱਤਾ। ਕਈ ਕਿਸੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਇਹ ਵੋਟਾਂ ਮੰਗਣ ਚਲੇ ਜਾਂਦੇ ਨੇ। ਐਸਜੀਪੀਸੀ ਵਾਲਾ ਕੰਮ ਤੇ ਗਲਤ ਆ, ਪਰ ਬੀਜੇਪੀ ਵਾਲਾ ਨਾ ਤੇ ਮੈਨੂੰ ਹੈਰਾਨ ਆ ਨਾ। ਨੋਟਬੰਦੀ ਕਰਤੀ, ਜੀਐਸਟੀ ਲਾਤਾ, ਸਿਲੰਡਰ 1200 ਨੂੰ ਪਿੰਡਿਆ। ਇੱਕ ਕਿਹੜੇ ਕੋਨੇ ਵੋਟਾਂ ਮੰਗਣ ਜਾਣਗੇ? ਤੇ ਆਮ ਆਦਮੀ ਵਾਲੇ ਇਹਨਾਂ ਕੋ ਕੈਂਡੀਡੇਟ ਹੀ ਨਹੀਂ। ਤੁਹਾਨੂੰ ਚਿੰਤਾ ਹੈ ਇਸ ਗੱਲ ਦੀ ਕਿ ਐਸਜੀਪੀਸੀ ਦੇ ਪ੍ਰਧਾਨ ਤੁਹਾਡੀ ਕੋਈ ਗੇਮ ਨੂੰ ਵਿਗਾੜ ਸਕਦੇ ਆ, ਕਾਂਗਰਸ ਦੀ ਗੇਮ ਨੂੰ ਵਿਗਾੜ ਸਕਦੇ ਆ? ਨਹੀਂ ਗੌਰਵ ਜੀ, ਦੇਖੋ ਗੇਮ ਨੂੰ ਵਿਗਾੜਨ ਵਾਲਾ ਕੰਮ ਹਾਰ ਜਿੱਤ ਪਰਮਾਤਮਾ ਨੇ ਜਿਹਨੂੰ ਦੇਣੀ ਆ। ਨਿਰੋਲ ਧਾਰਮਿਕ ਸੰਸਥਾ ਦੇ ਮੁਖੀ ਦਾ ਪ੍ਰਚਾਰ ਕਰਨਾ ਬਿਲਕੁਲ ਗਲਤ ਆ, ਠੀਕ ਨਹੀਂ ਹੋਣਾ ਚਾਹੀਦਾ। ਮੇਰੇ ਕੋਲ ਸਮਾਂ ਖਤਮ ਹੈ। ਦਿਆਲ ਸਿੰਘ ਸੋਢੀ ਜੀ। ਦੇਖੋ ਮੇਰਾ ਗੌਰਵ ਜੀ ਇਹ ਬੰਦਾ ਹੈ ਕਿ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਕਾਂਗਰਸ ਦੇ ਬੁਲਾਰੇ ਬੀਜੇਪੀ ਤੇ ਇਲਜ਼ਾਮ ਲਾ ਰਹੇ ਨੇ, ਵੀ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਬੀਜੇਪੀ ਤਾਂ ਨੋਟਬੰਦੀ ਤੋਂ ਬਾਅਦ ਤੇ ਜੀਐਸਟੀ ਤੋਂ ਬਾਅਦ ਦੁਬਾਰਾ ਫਿਰ ਵੀ ਸੱਤਾ ਦੇ ਵਿੱਚ ਆ ਗਈ ਸੀ ਤੇ ਤੁਹਾਡੀਆਂ ਸੀਟਾਂ ਘਟ ਗਈਆਂ ਤੇ ਕਿੰਨੇ ਕੁ ਸੂਬਿਆਂ 'ਚ ਤੁਹਾਡੀ ਸਰਕਾਰ ਰਹੇਗੀ? ਮੈਂ ਜਵਾਬ ਦੇਣਾ ਚਾਹੁੰਦਾ। ਦੂਜੀ ਗੱਲ, ਜਿਸ ਤਰ੍ਹਾਂ ਪੀਰ ਮੁਹੰਮਦ ਜੀ ਨੇ ਗੱਲ ਕੀਤੀ ਸੀ, ਮੈਂ ਕਹਿਣਾ ਕਿ ਅਸੀਂ ਕੋਈ ਸਾਨ ਨਹੀਂ ਕੀਤਾ, ਇਸ ਗੱਲ ਦਾ ਸਾਨ ਕਰਦੇ ਹਾਂ। ਜੇ ਵਾਹਿਗੁਰੂ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਤਾਕਤ ਦਿੱਤੀ ਹੈ, ਪਾਰਟੀ ਨੂੰ ਤਾਕਤ ਦਿੱਤੀ ਹੈ, ਤੇ ਲੰਗਰ ਤੋਂ ਜੀਐਸਟੀ ਵੀ ਸਾਡੀ ਸਰਕਾਰ ਨੇ ਹਟਾਈ ਹੈ। ਜੇ ਕਰਤਾਰਪੁਰ ਕੋਰੀਡੋਰ ਦਾ ਲਾਂਘਾ ਖੋਲਿਆ, ਉਹ ਵੀ ਗੁਰੂ ਘਰਾਂ ਦੀ ਸ਼ਰਧਾ ਦੇ ਨਾਲ ਹੋਇਆ। ਜੇ ਬਾਹਰਲੇ ਸੂਬਿਆਂ ਦੇ ਵਿੱਚ ਕੋਈ ਗੁਰੂ ਘਰਾਂ ਦੇ ਮਾਮਲੇ ਆਏ ਤੇ ਉਹ ਵੀ ਪਿਛਲੇ ਦਿਨ ਤੁਸੀਂ ਦੇਖੋ ਕਿ ਜਿਹੜਾ ਮਾਮਲਾ ਅਰੁਣਾਚਲ ਦੇ ਵਿੱਚ ਆਇਆ ਤੇ ਉੱਥੇ ਇਕਬਾਲ ਸਿੰਘ ਲਾਲਪੁਰਾ ਜੀ ਨੇ ਆਪ ਇੰਟਰਸਟ ਲੈ ਕੇ ਦੁਬਾਰਾ ਫਿਰ ਉੱਥੇ ਮਰਜ਼ਾਦਾ ਸ਼ੁਰੂ ਕਰਾਈ ਹੈ। ਤੁਹਾਨੂੰ ਦਖਲਅੰਦਾਜ਼ੀ ਲੱਗਦੀ ਹੈ ਨਾ ਸਰ? ਮੈਂ ਤਾਂ ਸਵਾਲ ਤੁਹਾਨੂੰ ਵੀ ਪੁੱਛ ਰਿਹਾ। ਤੁਹਾਡੇ ਉੱਤੇ ਇਲਜ਼ਾਮ, ਜਦੋਂ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦੀ ਚੋਣ ਉਹਨਾਂ ਨੇ ਲੜੀ ਤਾਂ ਉਹਨਾਂ ਨੂੰ ਸਪੋਰਟ ਕਰਨ ਦੇ ਇਲਜ਼ਾਮ ਲੱਗੇ ਕਿ ਤੁਸੀਂ ਸਿਆਸੀ ਦਖਲਅੰਦਾਜ਼ੀ ਕਰ ਰਹੇ ਹੋ। ਜਿਨ੍ਹਾਂ ਦਾ ਨਾਮ ਲਿਆ ਤੁਸੀਂ ਇਕਬਾਲ ਸਿੰਘ ਲਾਲਪੁਰਾ ਜੀ ਦਾ। ਇਕਬਾਲ ਸਿੰਘ ਲਾਲਪੁਰਾ ਜੀ ਨੂੰ ਇਹ ਦੱਸਣ, ਇਹਨਾਂ ਨੇ ਇੱਕ ਟੈਲੀਫੋਨ ਦੀ ਗੱਲ ਕੀਤੀ। ਜੇ ਇਕਬਾਲ ਸਿੰਘ ਲਾਲਪੁਰਾ ਜੀ ਨੇ ਦਖਲਅੰਦਾਜ਼ੀ ਕੀਤੀ ਹੁੰਦੀ, 20 ਮੈਂਬਰਾਂ ਨੂੰ ਜੇ ਕੋਈ ਫੋਨ ਕੀਤੇ ਹੁੰਦੇ ਤੇ ਇਹ 20 ਮੈਂਬਰਾਂ ਨੂੰ ਪੇਸ਼ ਕਰਦੇ ਵੀਡੀਓ ਕਾਲ ਰਾਹੀਂ ਵੀ ਸਾਨੂੰ ਕੀਤਾ, ਇੱਕ ਵੀ ਨਹੀਂ ਪੇਸ਼ ਕਰ ਸਕੇ। ਮੇਰਾ ਕਹਿਣਾ ਇਹ ਹੈ, ਮੈਂ ਅੱਜ ਵੀ ਕਹਿਣਾ ਹੈ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਹੈ, ਠੀਕ ਹੈ, ਉਹਦੇ ਉੱਪਰ ਫੋਕਸ ਕਰਨਾ ਚਾਹੀਦਾ। ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਹੈ, ਨਾ ਕਿ ਕੋਈ ਸਿਆਸੀ ਪ੍ਰਚਾਰ। ਠੀਕ ਹੈ ਸਰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਸਰ, ਮੈਨੂੰ ਵਿਚਾਲੇ ਰੋਕਣਾ ਹੋਏਗਾ। ਪੀਰ ਮੁਹੰਮਦ ਜੀ ਦਾ ਬਹੁਤ ਜ਼ਰੂਰੀ ਰਿਐਕਸ਼ਨ ਉੱਥੇ। ਪੀਰ ਮੁਹੰਮਦ ਜੀ, ਮੈਂ ਬਸ ਇਹੋ ਗੱਲ ਕਹਿਣੀ ਚਾਹੁੰਦਾ ਕਿ ਗਮਰਾਹਕੁਨ ਪ੍ਰਚਾਰ ਹੈ ਔਰ ਇਹਨਾਂ ਦਾ ਪੋਲੀਟੀਕਲ ਮੋਟਿਵ ਹੈ। ਔਰ ਇਹ ਇੱਥੇ ਜਲੰਧਰ ਦੀ ਸੀਟ ਹਾਰ ਰਹੀਆਂ ਨੇ ਤਿੰਨੇ ਪਾਰਟੀਆਂ। ਸ਼੍ਰੋਮਣੀ ਅਕਾਲੀ ਦਲ ਇਹ ਸੀਟ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਬੜੀ ਸ਼ਾਨ ਨਾਲ ਜਿੱਤੇਗਾ, ਇਸ ਕਰਕੇ ਇਹੋ ਜਿਹਾ ਪ੍ਰਚਾਰ ਕਰ ਰਹੇ ਨੇ। ਔਰ ਸਾਡੀ ਪ੍ਰਚਾਰ ਮੁਹਿੰਮ ਦੇ ਵਿੱਚ ਤੁਸੀਂ ਦੇਖੋ ਲੋਕਾਂ ਦਾ ਸਹਿਯੋਗ ਦੇਖ ਕੇ, ਸਾਥ ਦੇ ਕੇ, ਇਹ ਹੁਣ ਇਹੋ ਜਿਹੇ ਕੋਈ ਨਾ ਕੋਈ ਬਹਾਨੇ ਬਣਾ। ਕੰਗ ਜੀ, ਫਾਈਨਲ ਰਿਐਕਸ਼ਨ ਤੁਹਾਡਾ। ਕਹਿੰਦੇ ਕਿ ਜਲੰਧਰ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਮਜ਼ਬੂਤ ਹੋ ਰਿਹਾ, ਇਸ ਕਰਕੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ। ਮੈਨੂੰ ਲੱਗਦਾ ਵੀ ਜਲੰਧਰ ਦਾ ਇਲੈਕਸ਼ਨ ਰਾਜਨੀਤਿਕ ਪਾਰਟੀਆਂ ਨੂੰ ਲੜਨ ਦੇਣਾ ਚਾਹੀਦਾ। ਐਸਜੀਪੀਸੀ ਨੂੰ ਜਿਹੜਾ ਸਾਡੇ ਸਿੱਖ ਮਸਲੇ ਆ, ਚਾਹੇ ਉਹ ਕਨਵਰਜਨ ਹੋ ਰਹੀ ਆ, ਚਾਹੇ ਸਾਡੇ ਜਿਹੜੇ ਇੰਸਟੀਚਿਊਟ ਹੈ। ਠੀਕ ਹੈ ਕੰਗ ਜੀ, ਮੈਂ ਵਿਚਾਲੇ ਰੋਕ ਰਿਹਾ, ਥੋੜੇ ਆਡੀਓ ਇਸ਼ੂ ਵੀ ਆ, ਆਪਣੇ ਕੋਲ ਸਮਾਂ ਵੀ ਖਤਮ ਹੋ ਚੁੱਕਿਆ। ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਪਾਰਟੀਆਂ ਨੂੰ ਲੜਨ ਦੇਣਾ ਚਾਹੀਦਾ ਇਲੈਕਸ਼ਨ ਨੂੰ, ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ ਨੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ, ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਲਾਜ਼ਮੀ ਤੌਰ ਤੇ ਮੁੱਦਾ ਤਾਂ ਕਿਉਂਕਿ ਜਲੰਧਰ ਜ਼ਿਮਨੀ ਚੋਣਾਂ ਦੇ ਨਾਲ ਹੀ ਜੁੜਿਆ ਹੋਇਆ, ਜੋ ਆਪਾਂ ਲਗਾਤਾਰ ਜ਼ਿਕਰ ਕਰ ਰਹੇ ਹਾਂ। ਪਰ ਕੀ ਵਾਕਈ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਐਸਜੀਪੀਸੀ ਪ੍ਰਧਾਨ ਦੀ ਐਂਟਰੀ ਕੁਝ ਨਵਾਂ ਜਾਂ ਕਹੋ ਕਿ ਸਰਪ੍ਰਾਈਜ਼ਿੰਗ ਕੁਝ ਕਰ ਸਕਦੇ ਨੇ? ਕੀ ਅਕਾਲੀ ਦਲ ਨੂੰ ਇਸ ਦਾ ਕੋਈ ਫਾਇਦਾ ਹੋ ਸਕਦਾ ਹੈ ਜਾਂ ਫਿਰ ਅਕਾਲੀ ਦਲ ਨੂੰ ਲੱਗ ਰਿਹਾ ਕਿ ਸਾਡਾ ਫਾਇਦਾ ਹੋ ਸਕਦਾ ਹੈ? ਖੈਰ, ਇਹ ਇੱਕ ਰਿਜ਼ਲਟ ਦੇ ਉੱਤੇ ਚਰਚਾ ਹੋਵੇਗੀ। ਪਰ ਦੂਜੇ ਪਾਸੇ ਕੀ ਧਾਰਮਿਕ ਸੰਸਥਾ ਦੇ ਆਗੂ ਨੂੰ, ਇੱਕ ਨਿਰੋਲ ਸੰਸਥਾ, ਉਹਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਕਿਸੇ ਇੱਕ ਪੋਲੀਟੀਕਲ ਪਾਰਟੀ ਦੇ ਲਈ? ਅਕਾਲੀ ਦਲ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇੱਕ ਸੁਰ ਦੇ ਵਿੱਚ ਕਹਿ ਰਹੀਆਂ ਨੇ ਕਿ ਨਹੀਂ ਕਰਨਾ ਚਾਹੀਦਾ ਪ੍ਰਚਾਰ, ਪਰ ਦੂਜੇ ਪਾਸੇ ਅਕਾਲੀ ਦਲ ਦੇ ਆਪਣੇ ਤਰਕ ਨੇ। ਹੁਣ ਸਵਾਲ ਇਹ ਵੀ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ, ਜਿਹੜੇ ਸਿੱਖ ਬੁੱਧੀਜੀਵੀ ਨੇ, ਜਥੇਦਾਰ ਸਾਹਿਬ ਨੇ, ਕਿ ਉਹ ਇਸ ਦੇ ਉੱਪਰ ਗੌਰ ਕਰਨਗੇ
ਕਿ ਮੁੜ ਤੋਂ ਚਰਚਾ ਜਾਂ ਮੰਥਨ ਕੋਈ ਹੋਏਗਾ ਕਿ ਵਾਕਈ ਦੁਬਾਰਾ ਸੋਚਿਆ ਜਾਵੇ ਕਿ ਐਸਜੀਪੀਸੀ ਦੇ ਪ੍ਰਧਾਨ ਦੀ ਕਿਸੇ ਪੋਲੀਟੀਕਲ ਪਾਰਟੀ ਦੇ ਲਈ ਵੋਟਾਂ ਮੰਗਣ ਵਾਲੀ ਰਵਾਇਤ ਉਸ ਦੇ ਉੱਤੇ ਰੋਕ ਲਗਾਉਣ ਦਾ ਸਮਾਂ ਆ ਗਿਆ ਕਿ ਇਸ ਦਾ ਨੈਗੇਟਿਵ ਜਾਂ ਪੋਜ਼ਿਟਿਵ ਇੰਪੈਕਟ ਕਿਸੇ ਵੀ ਪਾਰਟੀ ਤੱਕ ਪਹੁੰਚ ਸਕਦਾ ਹੈ ਇਲੈਕਸ਼ਨ ਦੇ ਵਿੱਚ। ਖੈਰ ਉਹ ਪਤਾ ਲੱਗੇਗਾ 13 ਤਰੀਕ ਨੂੰ। 10 ਤਰੀਕ ਨੂੰ ਵੋਟਾਂ ਨੇ, 10 ਮਈ ਨੂੰ ਆ ਗਈ 10 ਮਈ ਵੀ। 13 ਤਰੀਕ ਨੂੰ ਰਿਜ਼ਲਟ ਆਉਣਗੇ ਜਲੰਧਰ ਜ਼ਿਮਨੀ ਚੋਣ ਦੇ। ਉਸ ਤੋਂ ਪਤਾ ਲੱਗੇਗਾ ਕਿ ਕਿਸ ਦਾ ਕਿਹੜਾ ਪੈਂਤੜਾ ਕੰਮ ਕਰ ਗਿਆ।